ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਦੀ ਨਵੀਂ ਨੋਟੀਫਿਕੇਸ਼ਨ ਲਈ ਬੈਲ ਦਾ ਬਟਨ ਦਬਾ ਦਿਓ। ਆਵਾਜ਼ ਏ ਕਿਸਾਨ ਮਜ਼ਦੂਰ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਜਸਵੰਤ ਸਿੰਘ ਪਲਾਸਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਜਿਹੜੀ ਮੈਂ ਤੁਹਾਡੇ ਕੋਲ ਗੱਲਬਾਤ ਸਾਂਝੀ ਕਰਨ ਲੱਗਾ ਇਸ ਵੀਡੀਓ ਰਾਹੀਂ, ਉਹਦਾ ਮਕਸਦ ਇਹ ਆ ਕਿ ਪਿਛਲੇ ਸਮੇਂ ਤੋਂ ਅਸੀਂ ਜਦੋਂ ਚੈਨਲ ਡਿਬੇਟਾਂ ਵਹਿਨੇ, ਉਹਦੇ ਜ਼ਿਆਦਾਤਰ ਜੋ ਡਿਬੇਟ ਹੁੰਦੀ ਆ ਤੇ ਭਾਜਪਾ ਦੇ ਪੱਖੀ ਜਿਹੜੇ ਕੋਈ ਸਤਿਕਾਰਤ ਆਗੂ ਇੱਥੇ ਆਉਂਦੇ ਆ ਚੈਨਲਾਂ ਦੇ ਉੱਤੇ, ਉਹ ਇਹੋ ਗੱਲ ਕਹਿੰਦੇ ਆ ਜੀ ਸਾਡੇ ਨਾਲ ਕਿਸਾਨ ਵਿਚਾਰ ਚਰਚਾ ਕਰਨ, ਅਸੀਂ ਉਹਨਾਂ ਦੇ ਖਦਸ਼ੇ ਦੂਰ ਕਰ ਦਿਆਂਗੇ, ਉਹਨਾਂ ਦੇ ਭਰਮ ਭੁਲੇਖੇ ਦੂਰ ਕਰ ਦਿਆਂਗੇ। ਦੂਜੀਆਂ ਸਿਆਸੀ ਪਾਰਟੀਆਂ ਇਹਨਾਂ ਨੂੰ ਚੱਕਿਆ ਹੋਇਆ ਵਾ ਜੀ, ਉਹਨਾਂ ਦੇ ਗੱਲਾਂ 'ਚ ਆਇਆ ਹੋਇਆ ਜੀ। ਕੋਈ ਕਹਿੰਦਾ ਇਹ ਕਿਸਾਨ ਹੀ ਨੇਗੇ, ਕੋਈ ਕਿਸੇ ਤਰ੍ਹਾਂ ਉਹਦੇ ਬਾਰੇ 'ਚ ਆਪਾਂ ਫਿਰ ਕਿਸੇ ਦਿਨ ਵੀਡੀਓ ਬਣਾਵਾਂਗੇ। ਅੱਜ ਇੱਕ ਗੱਲ ਕਰਨ ਲੱਗਿਆ ਕਿ ਜਿਵੇਂ ਅਸੀਂ ਅਕਸਰ ਹੀ ਸਟੇਜਾਂ 'ਤੇ ਇਹ ਗੱਲ ਕਹਿੰਦੇ ਹਾਂ ਕਿ ਆਗੂ ਬਣਨ ਵਾਸਤੇ, ਬੁਲਾਰਾ ਬਣਨ ਵਾਸਤੇ ਪੜ੍ਹਨਾ ਬਹੁਤ ਜ਼ਰੂਰੀ ਹੈ। ਸੁਣ ਕੇ ਕੋਈ ਬੰਦਾ ਜਿਹੜਾ ਵਾ ਬੁਲਾਰਾ ਨਹੀਂ ਬਣ ਸਕਦਾ, ਆਗੂ ਨਹੀਂ ਬਣ ਸਕਦਾ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਕਿਸਾਨ ਮਜ਼ਦੂਰ, ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਪੱਖੀ ਕਿਤਾਬਾਂ ਪੜ੍ਹੋ, ਰਸਾਲੇ ਪੜ੍ਹੋ, ਦਵਰਕੀਆਂ ਪੜ੍ਹੋ, ਅਖਬਾਰਾਂ ਪੜ੍ਹੋ। ਇਹ ਵੀਰੋ ਮੇਰੇ ਕੱਲ੍ਹ 1 ਤਰੀਕ 11ਵਾਂ ਮਹੀਨਾ 2020 ਦੀ ਜਗਬਾਣੀ ਅਖਬਾਰ ਦੇ ਵਿੱਚ ਮੈਂ ਇੱਕ ਲੇਖ ਪੜ੍ਹਿਆ ਜਿਹੜਾ 2 ਭਾਗਾਂ 'ਚ ਦਿੱਤਾ। 1-2 ਤਰੀਕ ਦੇ 'ਚ 2 ਤਰੀਕ ਨਾਲ ਸਮਾਪਤੀ ਕੀਤੀ ਹੈ। ਉਹਦੇ 'ਚ ਮੈਂ ਧੰਨਵਾਦੀ ਵੀ ਹਾਂ ਜਗਬਾਣੀ ਅਖਬਾਰ ਦਾ, ਕਿਉਂਕਿ ਮੈਂ ਉਹਦੇ ਵਿੱਚੋਂ ਇਹ ਜਿਹੜੀ ਜਾਣਕਾਰੀ ਇਕੱਠੀ ਕਰਕੇ ਮੈਂ ਤੁਹਾਡੇ ਤੱਕ ਪਹੁੰਚਾ ਰਿਹਾ ਹਾਂ। ਜੇ ਤੁਸੀਂ ਆਪ ਹੀ ਪੜ੍ਹਨੀ ਹੋਵੇ ਤਾਂ 1 ਤੇ 2 ਤਰੀਕ 11ਵਾਂ ਮਹੀਨਾ 2020 ਦੀ ਜਿਹੜੀ ਅਖਬਾਰ ਜਗਬਾਣੀ ਉਹ ਲੈ ਕੇ ਪੜ੍ਹ ਸਕਦੇ ਹੋ। ਉਹਦੇ 'ਚ ਉਹਨਾਂ ਨੇ ਹੈਡਿੰਗ ਦਿੱਤਾ ਕਿ ਖੇਤੀ ਕਾਨੂੰਨ ਅਤੇ ਪੰਜਾਬ ਉੱਤੇ ਇਹਨਾਂ ਦਾ ਅਸਰ। ਉਹ 'ਚ ਇੱਕ ਉਹਨਾਂ ਨੇ ਹਵਾਲਾ ਦਿੱਤਾ ਕਿ ਲੰਮੀ ਚੌੜੀ ਬਹਿਸ ਹੋਈ। ਮੈਂ ਗੱਲ ਤਾਂ ਕਰਨ ਜਾ ਰਿਹਾ ਕਿ ਜੇਕਰ ਇਹ ਵਾਕਈ ਕਾਨੂੰਨ ਕੇਂਦਰ ਦੇ ਬਣਾਏ ਹੋਏ ਕਿਸਾਨਾਂ ਦੇ ਹਿਤੈਸ਼ੀ ਆ, ਪੰਜਾਬੀਆਂ ਦੇ ਹਿਤੈਸ਼ੀ ਆ, ਦੇਸ਼ ਦੇ ਹਿਤੈਸ਼ੀ ਆ, ਤੇ ਆਹ ਜਿਹੜੇ ਵਿਸ਼ਲੇਸ਼ਕ ਉੱਥੇ ਇਕੱਠੇ ਹੋਏ ਸੀ, ਇਹਨਾਂ ਨੂੰ ਉਹ ਜਿਹੜੇ ਇੰਪ੍ਰੈਸ ਕਰਨ ਦੇ ਵਿੱਚ ਸਰਕਾਰ ਕਿਉਂ ਨਹੀਂ ਕਾਮਯਾਬ ਹੋਈ। ਇਹਦੇ 'ਚ ਮੈਂ ਦੱਸ ਦਿਆਂ ਕਿ ਜੋ ਅਖਬਾਰ ਨੇ ਲਿਖਿਆ ਹੈ ਕਿ ਇੱਕ ਸੈਮੀਨਾਰ ਪਿਛਲੇ ਦਿਨਾਂ 'ਚ ਕੀਤਾ ਗਿਆ ਜਿਹਦਾ ਨਾਂ ਰੱਖਿਆ ਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤੀਬਾੜੀ ਸੈਕਟਰ ਦੇ ਕਾਨੂੰਨ ਅਤੇ ਪੰਜਾਬ ਦੀ ਖੇਤੀਬਾੜੀ ਉੱਤੇ ਇਹਨਾਂ ਦਾ ਪ੍ਰਭਾਵ ਵਿਸ਼ੇ 'ਤੇ ਸੈਮੀਨਾਰ ਹੋਇਆ, ਜਿਸ ਵਿੱਚ ਖੇਤੀਬਾੜੀ ਦੇ ਮਾਹਰ ਡਾਕਟਰ ਸੁੱਚਾ ਸਿੰਘ ਜੀ ਗਿੱਲ, ਜਿਹੜੇ ਕਿ CRRID ਯਾਨੀ ਕਿ ਸੈਂਟਰ ਫਾਰ ਰਿਸਰਚ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ ਚੰਡੀਗੜ੍ਹ ਦੇ ਉੱਘੇ ਅਰਥ ਸ਼ਾਸਤਰੀ ਹਨ, ਇੱਕ ਉਹ ਉੱਥੇ ਹਾਜ਼ਰ ਹੋਏ। ਦੂਸਰਾ ਖੇਤੀਬਾੜੀ ਵਿਸ਼ਲੇਸ਼ਕ ਅਜੇ ਵੀਰ ਜਾਖੜ ਜੀ ਉੱਥੇ ਆਏ, ਜਿਹੜੇ ਕਿ ਚੇਅਰਮੈਨ ਹਨ ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ ਮੁਹਾਲੀ ਦੇ। ਤੀਸਰੇ ਡਾਕਟਰ PS ਬਿਰਥਲ, ਜੋ ICAR ਯਾਨੀ ਕਿ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ, ਨੈਸ਼ਨਲ ਇੰਸਟੀਚਿਊਟ ਆਫ ਐਗਰੀਕਲਚਰ ਇਕਨੋਮਿਕਸ ਐਂਡ ਪਾਲਿਸੀ ਰਿਸਰਚ ਨਵੀਂ ਦਿੱਲੀ ਦੇ ਉੱਥੇ ਜਿਹੜੇ ਆ ਉਹ ਆਏ। ਚੌਥਾ ਉਹਨਾਂ ਨੇ ਲਿਖਿਆ ਕਿ ਉਹਦੇ ਵਿੱਚ ਸੈਮੀਨਾਰ ਦੇ ਵਿੱਚ ਪ੍ਰਮੁੱਖ ਖੇਤੀਬਾੜੀ ਉਦਮੀ ਜਿਹੜਾ ਕਿਸਾਨ ਆ, ਬਰਾਮਦਕਾਰ ਤੇ ਅਗਾਂਹ ਵਧੂ ਕਿਸਾਨ ਸਰਦਾਰ ਅਵਤਾਰ ਸਿੰਘ ਢੀਂਡਸਾ ਜੀ ਉੱਥੇ ਆਏ, ਜਿਹੜੇ ਕਿ ਉਪ ਚੇਅਰਮੈਨ ਹਨ ਪੰਜਾਬ ਐਗਰੀ ਐਕਸਪਰਟ ਕਾਰਪੋਰੇਸ਼ਨ ਲਿਮਟਿਡ ਚੰਡੀਗੜ੍ਹ ਅਤੇ ਪੰਜਾਬ ਦੇ। ਜਿਸ ਤੋਂ ਅੱਗੇ ਗੱਲ ਕਰੀਏ ਤਾਂ ਵੱਖ-ਵੱਖ ਸੰਸਥਾਵਾਂ ਦੇ ਉੱਥੇ 200 ਤੋਂ ਵੀ ਵੱਧ ਭਾਈਵਾਲਾਂ ਦੇ ਨਾਲ ਪ੍ਰੈਸ ਅਤੇ ਮੀਡੀਆ ਦੇ ਨੁਮਾਇੰਦਿਆਂ ਨੇ ਉੱਥੇ ਜਿਹੜਾ ਹਿੱਸਾ ਲਿਆ। ਇਹ ਅਖਬਾਰ ਲਿਖਦੀ ਹੈ। ਅੱਗੇ ਗੱਲਬਾਤ ਕੀ ਹੋਈ
ਉਹ ਮੈਂ ਦੱਸਦਾ। ਆਪਾਂ ਆਮ ਪਿੰਡਾਂ ਵਿੱਚ ਗੱਲਬਾਤ ਕਰਦੇ ਹਾਂ, ਜਦੋਂ ਕੋਈ ਰੌਲਾ ਝਗੜਾ ਪੈਂਦਾ, ਕੋਈ ਫੈਸਲਾ ਹੁੰਦਾ, ਰਾਜੀਨਾਮਾ ਹੋਣ ਲੱਗਦਾ, ਮੰਨ ਲਓ 10 ਬੰਦੇ ਇਕੱਠੇ ਹੋਏ, ਉਹਦੇ ਜੇ 7 ਬੰਦੇ ਇੱਕ ਪਾਸੇ ਹੋ ਕੇ ਕਹਿ ਦੇਣ ਕਿ ਆਹ ਸੱਚਾ ਬੰਦਾ ਆ, ਤੇ 3 ਕਹਿਣ ਵੀ ਨਹੀਂ ਆਹ ਸੱਚਾ, ਤਿੰਨਾਂ ਦੀ ਭੁਗਤ ਨਹੀਂ ਹੁੰਦੀ, 7 ਦੀ ਹੁੰਦੀ ਆ। ਕਿਉਂਕਿ 7 ਬੰਦੇ ਜਿਹੜੇ ਇੱਕ ਪਾਸੇ ਹੁੰਦੇ ਆ, ਉਹਨਾਂ ਦੀ 7 ਦੀ ਮੰਨੀ ਜਾਂਦੀ ਆ। ਇੱਥੇ ਕੀ ਹੋਇਆ, ਇੱਥੇ ਉਹਨਾਂ ਵੱਖ-ਵੱਖ ਆਪਣੀਆਂ ਰਾਇਆਂ ਦਿੱਤੀਆਂ, ਜਿਹੜੀਆਂ ਕਿ ਮੈਂ ਤੁਹਾਨੂੰ ਅਖਬਾਰ ਤੋਂ ਪੜ੍ਹ ਕੇ ਸੁਣਾ ਦਿੰਦਾ। ਉਹ ਜਿਹੜੀਆਂ ਮੇਨ ਗੱਲਾਂ ਉਹ 'ਚ ਉਹਨਾਂ ਲਿਖਿਆ, ਅਖਬਾਰ ਲਿਖਦੀ ਆ ਕਿ 3 ਕੇਂਦਰ ਨੇ ਕਾਨੂੰਨ ਪਾਸ ਕੀਤੇ। ਨੰਬਰ 1, ਦੀ ਫਾਰਮਰ ਪ੍ਰੋਡਿਊਸ ਐਂਡ ਕਾਮਰਸ ਐਕਟ 2020। ਦੂਸਰਾ, ਫਾਰਮਰਸ ਇੰਪਰੂਵਮੈਂਟ ਐਂਡ ਪ੍ਰੋਟੈਕਸ਼ਨ ਐਗਰੀਮੈਂਟ ਆਫ ਪ੍ਰਾਈਜ਼ ਇੰਸ਼ੋਰੈਂਸ ਅਤੇ ਵਾਰਮ ਐਕਟ 2020। ਤੀਸਰਾ, ਜ਼ਰੂਰੀ ਵਸਤਾਂ ਸੋਧ ਐਕਟ 2020। ਇਹ 3 ਕਾਨੂੰਨ ਪਾਸ ਕੀਤੇ। ਉਹਦੇ ਵਿੱਚ ਵੱਖੋ ਵੱਖਰੀਆਂ ਰਾਇਆਂ, ਪਰ ਇੱਕ ਗੱਲ ਤੇ ਉੱਭਰ ਕੇ ਸਾਹਮਣੇ ਆਈ ਕਿ ਇਹਦੇ ਨਾਲ ਵਪਾਰੀ ਅਤੇ ਕਾਰਪੋਰੇਟਾਂ ਦਾ ਮਾਰਕੀਟ ਵਿੱਚ ਦਬਦਬਾ ਵਧਣ ਦਾ ਖਤਰਾ ਹੈ, ਜੋ ਉਹਨਾਂ ਦਾ ਮੋਰਲ ਕੱਢਿਆ। MSP ਤੇ ਅਨਾਜ ਦੀ ਜਨਤਕ ਖਰੀਦ ਖਤਮ ਹੋਣ ਨਾਲ ਕਿਸਾਨਾਂ ਨੂੰ ਮਾਰ ਪਵੇਗੀ, ਵੀ ਜਿਹਨਾਂ ਮੋਰਲ ਕੱਢਿਆ ਇਹਦਾ। ਇਸ ਤੋਂ ਅੱਗੇ ਉਹ ਕਹਿੰਦੇ ਕਿ ਸੂਬੇ ਨੂੰ ਮਾਰਕੀਟ ਫੀਸ ਅਤੇ ਸੈਸਾਂ ਤੋਂ ਹੋਣ ਵਾਲੀ ਮਾਲੀ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਖੇਤੀਬਾੜੀ ਢਾਂਚੇ ਅਤੇ ਖੇਤੀਬਾੜੀ ਦੇ ਪੇਂਡੂ ਵਿਕਾਸ ਤੇ ਹੋਰ ਜਨਤਕ ਖਰਚਿਆਂ ਤੇ ਮਾੜਾ ਅਸਰ ਪਾ ਸਕਦੇ ਹਨ। ਹੁਣ ਆਮ ਹੀ ਇਹ ਗੱਲਬਾਤ ਹੁੰਦੀ ਸੀ ਮੈਨੂੰ, ਜਦੋਂ ਅਸੀਂ ਧਰਨਿਆਂ 'ਚ ਜਾਂਦੇ ਹਾਂ, ਮੁਜ਼ਾਹਰਿਆਂ 'ਚ ਜਾਂਦੇ ਹਾਂ, ਅੰਦੋਲਨਾਂ 'ਚ ਜਾਂਦੇ ਹਾਂ, ਤੇ ਮੈਨੂੰ ਵਾਹਵਾ ਹੀ ਕਿਸਾਨਾਂ ਨੇ ਇਹ ਗੱਲ ਕਹੀ ਸੀ, ਤੁਸੀਂ ਇੱਕ ਪੰਜਾਬੀ ਦੇ ਵਿੱਚ ਇੱਕ ਵੀਡੀਓ ਬਣਾ ਕੇ ਪਾਓ ਜਿਹੜੀ ਸਿੱਧੀ ਜਿਹੀ ਹੋਵੇ, ਜਿੱਥੇ ਕਿਸਾਨਾਂ ਨੂੰ ਜਿਹੜੀ ਉਹ ਸਮਝ ਲੱਗ ਸਕੇ। ਇਸ ਕਰਕੇ ਮੈਂ ਇਹ ਵੀਡੀਓ ਜਿਹੜੀ ਬਣਾਈ ਹੈ। ਇਹਦੇ ਵਿੱਚ ਡਾਕਟਰ ਸੁੱਚਾ ਸਿੰਘ ਗਿੱਲ ਉਹ ਕਹਿੰਦੇ ਆ ਜੀ, ਇਹ ਕਾਨੂੰਨ ਜਲਦਬਾਜ਼ੀ ਵਿੱਚ ਲਿਆਂਦੇ ਗਏ ਹਨ ਅਤੇ ਉਸ ਸਮੇਂ ਲਾਗੂ ਕੀਤੇ ਜਾਣੇ ਜਿਹੜੇ ਆ ਉਹ ਗਲਤ ਆ, ਕਿ ਜਦੋਂ ਦੇਸ਼ ਕੋਵਿਡ-19 ਦੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਸੀ। ਇਹਨਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਪੰਜਾਬ ਦੀ ਖੇਤੀਬਾੜੀ ਨੂੰ ਨੁਕਸਾਨ ਪਹੁੰਚੇਗਾ। ਹੁਣ ਜਿਹੜੀ ਇਹ ਗੱਲਾਂ ਉਹ ਡਾਕਟਰ ਜਿਹੜੇ ਵੱਡੇ ਉੱਥੇ ਆਏ ਆ, ਉਹਨਾਂ ਨੂੰ ਇਹ ਭਾਜਪਾ ਸਮਝਾ ਸਕਣ ਤੇ ਵਧੀਆ ਹੋਵੇਗਾ। ਉਹਨਾਂ ਕਿਹਾ ਜੀ ਖੇਤੀਬਾੜੀ ਨੂੰ ਨੁਕਸਾਨ ਪਹੁੰਚੇਗਾ, ਜੋ ਕਿ ਸਮਾਜ ਦੇ ਗਰੀਬ ਅਤੇ ਵਧੇਰੇ ਕਮਜ਼ੋਰ ਵਰਗਾਂ ਨੂੰ ਰੋਜੀ ਰੋਟੀ ਤੋਂ ਵਾਂਝਾ ਜਿਹੜਾ ਕਾਨੂੰਨ ਆ ਕਰ ਸਕਦਾ। ਇਸ ਤੋਂ ਅੱਗੇ ਕਹਿੰਦੇ ਆ ਕਿ ਇਹ ਕਾਨੂੰਨ ਖਰੀਦ, ਵਪਾਰ ਤੇ ਖੇਤੀਬਾੜੀ ਮੰਡੀਆਂ ਦੀ ਸਥਾਪਨਾ ਵਿੱਚ ਕਾਰਪੋਰੇਟ ਸੈਕਟਰ ਦੀ ਭੂਮਿਕਾ ਤੇ ਸ਼ਕਤੀ ਨੂੰ ਵਧਾ ਦੇਣਗੇ। ਸਿੱਧੇ ਲਫ਼ਜ਼ਾਂ 'ਚ ਆਪਾਂ ਕਹੀਏ ਕਿ ਕਾਰਪੋਰੇਟ ਘਰਾਣਿਆਂ ਦਾ ਪੰਜਾਬ ਦੀ ਖੇਤੀਬਾੜੀ ਜ਼ਮੀਨ ਉੱਤੇ ਕਬਜ਼ਾ ਹੋ ਜਾਵੇਗਾ ਅਤੇ ਕਿਸਾਨਾਂ ਦੀ ਸੌਦੇਬਾਜ਼ੀ ਦੇ ਅਧਿਕਾਰ ਖਤਮ ਕਰ ਦੇਣਗੇ। ਮੰਨ ਲਓ ਆਪਾਂ ਅੱਜ ਇੱਕ ਚੀਜ਼ ਬੀਜਦੇ ਹਾਂ, ਅਸੀਂ ਇਹ ਗੱਲ ਕਹਿੰਦੇ ਹਾਂ ਕਈ ਵਾਰ ਮੰਡੀ 'ਚ 2000 ਰੇਟ ਹੋਵੇ, 1800 ਲੱਗਦਾ, ਆਪਾਂ ਕਹਿੰਦੇ ਨਹੀਂ ਅਸੀਂ ਵੇਚਣਾ ਜੀ, ਅਸੀਂ ਕੱਲ੍ਹ ਨੂੰ ਵੇਚ ਲਾਂਗੇ। ਉਹਦਾ ਅਧਿਕਾਰ ਜਿਹੜੇ ਕਾਨੂੰਨ ਖਤਮ ਕਰਦੇ ਆ। ਕਿਸਾਨ ਨੂੰ ਜੇ ਵਪਾਰੀ 1800 ਲਾਉਂਦਾ ਤੇ ਉਹਨੂੰ 1800 ਵਿੱਚ ਹੀ ਵੇਚਣੇ ਪੈਣਗੇ। ਦੂਜੀ ਗੱਲ, ਇਹ ਦੋਹਰੀ ਮਾਰਕੀਟ ਪ੍ਰਣਾਲੀ ਦੇ ਉਭਾਰ ਦਾ ਵੀ ਕਾਰਨ ਬਣਨਗੇ, ਜੋ ਕਿ ਰਾਜ ਦੁਆਰਾ ਰਿਫਲੈਕਟ ਕੀਤੀ ਜਾਵੇਗੀ ਅਤੇ ਨਿੱਜੀ ਵਪਾਰੀਆਂ ਦੇ ਕਾਰਪੋਰੇਟਾਂ ਦੁਆਰਾ ਬਿਨਾਂ ਕਿਸੇ ਮੰਡੀ ਖਰਚੇ ਦੇ ਰੈਗੂਲੇਟ ਕੀਤੀ ਜਾਵੇਗੀ। ਕਹਿਣ ਤੋਂ ਭਾਵ ਕਿ ਇੱਕ ਪਾਸੇ ਪੰਜਾਬ ਸਟੇਟ ਹੋਵੇਗੀ, ਦੂਜੇ ਪਾਸੇ ਵਪਾਰੀ ਹੋਊਗਾ। ਵਪਾਰੀ ਕਹੂਗਾ ਕਿ ਮੈਂ ਟੈਕਸ ਨਾ ਦੇਵਾਂ, ਮੈਂ ਉੱਦਾਂ ਲੈ ਕੇ ਜਾਵਾਂ। ਸਟੇਟ ਕਹੂਗਾ ਨਹੀਂ ਟੈਕਸ ਦੇ ਕੇ ਜਾ। ਇਹਦੇ ਵਿੱਚ ਦੋ ਅੰਤਰਾਲ, ਦੋ ਮੰਡੀਆਂ ਬਣ ਜਾਣਗੀਆਂ, ਜਿਹੜੇ ਕਿ ਕਿਸਾਨੀ ਵਾਸਤੇ ਕਰਨਾ ਹੋਣਗੀਆਂ। ਇਸ ਤੋਂ ਅੱਗੇ ਡਾਕਟਰ ਸੁੱਚਾ ਸਿੰਘ ਗਿੱਲ ਉਹ ਕਹਿੰਦੇ ਆ, ਮੈਂ ਤੁਹਾਨੂੰ ਮੇਨ ਸੁਣਾਉਣ ਡਿਆ ਵਾਂ, ਜੇ ਤੁਸੀਂ ਆਪ ਪੜ੍ਹਨਾ ਮੈਂ ਤੁਹਾਨੂੰ ਅਖਬਾਰ ਦੱਸ ਚੁੱਕਾ ਪਹਿਲਾਂ ਹੀ, ਉਹ ਤੁਸੀਂ ਪੜ੍ਹ ਸਕਦੇ। ਦੂਸਰੀ ਗੱਲ ਕਹਿੰਦੇ ਆ ਕਿ ਮਾਰਕੀਟ MSP ਅਤੇ ਜਨਤਕ ਖਰੀਦ ਦੀ ਅਣਹੋਂਦ ਛੋਟੇ ਵਪਾਰਕਾਂ ਨੂੰ ਬਰਬਾਦ ਕਰ ਸਕਦੀ ਹੈ ਇਸ ਕਾਨੂੰਨ ਦੇ ਨਾਲ। ਮਤਲਬ MSP ਜਿਹੜੀ ਆ ਉਹ ਚੀਜ਼ ਖਤਮ ਹੁੰਦੀ ਜਾਊਗੀ, ਜਿਹਦੇ ਨਾਲ ਜਨਤਕ ਖਰੀਦ ਦੀ ਅਣਹੋਂਦ ਹੋਊਗੀ ਤੇ ਛੋਟੇ ਜਿਹੜੇ ਆ ਧਾਰਕ ਉਹਨਾਂ ਨੂੰ ਇਹ ਨੁਕਸਾਨ ਪਹੁੰਚਾਵੇਗੀ। ਦੂਜੇ ਪਾਸੇ ਆਰਥਿਕ ਤੇ ਹੋਰ ਖੇਤਰ ਉਹਨਾਂ ਲਈ ਰੋਜੀ ਰੋਟੀ ਹੋਰ ਸਾਧਨਾਂ ਦਾ ਦਾਅਵਾ ਨਹੀਂ ਕਰਦੇ। ਨਵੇਂ ਕਾਨੂੰਨ ਸੂਬਾ ਸਰਕਾਰ ਦੀ ਮਾਰਕੀਟਾਂ ਨੂੰ ਰੈਗੂਲੇਟ ਕਰਨ ਅਤੇ ਰਾਜ ਦੇ
ਸਰੋਤ ਜਟਾਉਣ ਲਈ ਟੈਕਸ ਲਗਾਉਣ ਜਾਂ ਮਾਰਕੀਟ ਫੀਸ ਚਾਰਜ ਕਰਨ ਦੀ ਸ਼ਕਤੀ ਨੂੰ ਖਤਮ ਕਰ ਦੇਣਗੇ। ਕਹਿਣ ਤੋਂ ਭਾਵ ਜਿਹੜੇ ਅਸੀਂ ਸਟੇਜਾਂ ਤੋਂ ਗੱਲ ਕਰਦੇ ਹਾਂ ਵੀ ਜਦੋਂ ਮੰਡੀ ਤੋਂ ਇਚਨਾ ਟੈਕਸ ਲਾਤਾ, ਮੰਡੀਆਂ ਬਾਹਰ ਟੈਕਸ ਨਾ ਲਾਇਆ, ਮੰਡੀਆਂ ਬਾਹਰ ਵਪਾਰੀ ਖਰੀਦ ਕਰੂਗਾ, ਉਹਨੂੰ ਮੰਡੀਆਂ ਬਾਹਰ ਜੋ ਖਰੀਦ ਕਰੂਗਾ ਉਹਦੇ ਨਾਲ ਕੁਝ ਸਾਲ 2 ਸਾਲ 3 ਸਾਲ ਬਾਅਦ ਮੰਡੀ ਖਤਮ ਹੋਊਗੀ। ਫਿਰ ਉਹ ਚਿੱਟਾ ਹੱਥੀ ਬਣੂਗੀ, ਫਿਰ ਸਰਕਾਰ ਕਹੂਗੀ ਮੰਡੀ ਨੂੰ ਖਤਮ ਕਰ ਦਿਓ, ਇਹਦਾ ਕੋਈ ਫਾਇਦਾ ਨਹੀਂਗਾ। ਮੰਡੀ ਖਤਮ ਹੋ ਜੂਗੀ, ਜਿਹੜੀ ਮੰਡੀ ਦੀ ਫੀਸ ਦੇ ਨਾਲ ਸਾਡੀਆਂ ਸੜਕਾਂ ਬਣਦੀਆਂ ਵਾ। ਜੇ ਕੋਈ ਸਾਡੇ ਕੋਈ ਹੱਥ ਪੈਰ ਕੱਟਿਆ ਜਾਂਦਾ ਤਾਂ ਉਹਨੂੰ ਮੁਆਵਜ਼ਾ ਮਿਲਦਾ ਵਾ। ਜੇ ਕੋਈ ਸੱਪ ਲੜ ਕੇ ਮਰ ਜਾਂਦਾ ਜਾਂ ਕਰੰਟ ਲੱਗ ਕੇ ਮਰ ਜਾਂਦਾ, ਉਹਨੂੰ 2 ਲੱਖ ਰੁਪਈਆ 2.5 ਲੱਖ ਰੁਪਈਆ ਸਰਕਾਰ ਮੁਆਵਜ਼ਾ ਦਿੰਦੀ ਆ ਮਾਰਕੀਟ ਫੀਸ ਦੇ ਰਾਹੀਂ। ਉਹ ਸਾਰਾ ਕੁਝ ਜਿਹੜਾ ਇਹ ਖਤਮ ਹੋ ਜਾਊਗਾ। ਉਹਨਾਂ ਨੇ ਸੁੱਚਾ ਸਿੰਘ ਗਿੱਲ ਨੇ ਆ ਮੇਨ ਜਿਹੜੀਆਂ ਵਾ ਉਹ ਨੁਕਸਾਨ ਦੱਸੇ ਜਿਹੜੇ ਕਾਨੂੰਨ ਦੇ। ਇਸ ਤੋਂ ਅੱਗੇ ਆਪਾਂ ਚੱਲੀਏ ਤੇ ਅਜੇ ਵੀਰ ਜਾਖੜੀ ਦਾ ਅਖਬਾਰ ਲਿਖਦੀ ਆ ਕਿ ਇਹ MSP ਦੀ ਨੀਤੀ ਨੂੰ ਖਤਮ ਕਰਨ ਅਤੇ ਅਨਾਜ ਦੀ ਜਨਤਕ ਖਰੀਦ ਨੂੰ ਖਤਮ ਕਰਨ ਵੱਲ ਇੱਕ ਕਦਮ ਹਨ। ਕਹਿਣ ਤੋਂ ਭਾਵ ਕਿ ਜੋ ਭਾਜਪਾਈ ਲੀਡਰ ਬੁੜਕ ਕੇ ਗੱਲ ਕਹਿੰਦੇ ਆ ਚੈਨਲਾਂ ਦੇ ਉੱਤੇ ਵੀ ਦੱਸੋ ਕਿੱਥੇ MSP ਲਿਖਿਆ ਵੀ ਬੰਦ ਹੋ ਜੂ, ਕਿੱਥੇ MSP ਲਿਖਿਆ ਬੰਦ ਹੋ ਜੂਗੀ। MSP ਜਾਨੀ ਕਿ ਮਿਨੀਮਮ ਸਪੋਰਟ ਪ੍ਰਾਈਜ਼ ਲਿਖਿਆ ਨਹੀਂ, ਪਰ ਉਹਦੇ ਵੱਲ ਨੂੰ ਇੱਕ ਕਦਮ ਵਧਾ ਰਹੇ ਆ ਕਿ ਜਦੋਂ ਮੰਡੀ ਖਤਮ ਹੋ ਗਈ MSP ਕਿੱਥੇ ਰਹਿਣੀ ਹੈ। ਜਦੋਂ ਕਿਸਾਨ ਖਤਮ ਹੋ ਗਿਆ ਫਿਰ MSP ਕਿਹਦੇ ਲਾਗੂ, ਕਿਹਦੇ ਤੇ ਲਾਗੂ ਹੋਣੀ ਹੈ। ਇਹ ਕਰਕੇ ਉਹਨਾਂ ਕਿਹਾ ਕਿ ਇਹ ਜਿਹੜਾ ਕਾਨੂੰਨ ਆ MSP ਨੂੰ ਖਤਮ ਕਰਨ ਵੱਲ ਇੱਕ ਪਹਿਲਾ ਕਦਮ ਹੈ। ਉਸ ਤੋਂ ਅੱਗੇ ਅਜੇ ਵੀਰ ਜਾਖੜੀ ਜੀ ਕਹਿੰਦੇ ਆ ਕਿ ਪੰਜਾਬ ਵਿੱਚ ਨਾਮਜ਼ਦ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਐਕਟ ਜਿਹੜਾ APMC ਆ, ਮਾਰਕੀਟਾਂ ਦੇ ਬਾਹਰ ਖਰੀਦਣ ਵਾਲੇ ਸੂਬੇ ਨੂੰ ਮਿਲਣ ਵਾਲਾ ਮਾਲੀਆ ਖਤਮ ਹੋ ਜਾਵੇਗਾ। ਯਾਨੀ ਕਿ ਜਦੋਂ ਮੰਡੀਆਂ 'ਚੋਂ ਕੋਈ ਚੁੱਕੂਗਾ ਹੀ ਨਹੀਂ ਤੇ ਸਰਕਾਰ ਨੂੰ ਕੋਈ ਮਾਲੀਆ ਨਹੀਂ ਆਉਣਾ। ਹਾਲਾਂਕਿ ਸਭ ਤੋਂ ਮਹੱਤਵਪੂਰਨ ਕਿਸਾਨਾਂ ਦੇ ਹਿੱਤਾਂ ਦੀ ਗੱਲ ਹੈ, ਇਹ ਕਾਨੂੰਨ ਜ਼ਿਆਦਾਤਰ ਕਮਿਸ਼ਨ ਏਜੰਟਾਂ ਨੂੰ ਮਾਰਕੀਟ ਪ੍ਰਣਾਲੀ ਤੋਂ ਖਤਮ ਕਰਦੇ ਹਨ। ਜਿੱਥੇ ਕਿਸਾਨ ਖਤਮ ਹੋਊਗਾ ਉਹਦੇ ਨਾਲ ਨਾਲ ਇਹ ਕਾਨੂੰਨ ਜਿਹੜਾ ਵਾ ਆੜਤੀ ਜਿਹੜਾ ਵਾ ਵਰਗ ਉਹਨੂੰ ਵੀ ਖਤਮ ਕਰ ਦੇਵੇਗਾ। ਇਸ ਤੋਂ ਅੱਗੇ ਉਹ ਕਹਿੰਦੇ ਨੇ ਕਿ ਇੱਥੇ ਵਿਵਾਦਾਂ ਦੇ ਨਿਪਟਾਰੇ ਦੀਆਂ ਸ਼ਕਤੀਆਂ ਅਤੇ ਕਾਰਜਵਿਧੀ ਅਦਾਲਤਾਂ ਤੋਂ ਅਫਸਰਸ਼ਾਹੀ ਦੇ ਹੱਕਾਂ ਵਿੱਚ ਜਾਣ ਦੇ ਸ਼ੰਕੇ ਹਨ। ਜੇ ਆਪਾਂ ਸਿੱਧੀ ਗੱਲ ਕਰੀਏ ਕਿ ਜੇ ਇੱਕ ਜਿਹੜਾ ਕਾਨੂੰਨ ਦੀ ਗੱਲ ਜਿੱਥੇ ਆਉਂਦੀ ਆ, ਜਿੱਥੇ ਨਿਆਂ ਦੀ ਗੱਲ ਆਉਂਦੀ ਆ, ਉੱਥੇ ਨਿਆਂ ਪ੍ਰਣਾਲੀ ਇੱਕ ਕੋਰਟ ਜਾਂ ਅਦਾਲਤ ਆ ਮਾਣਯੋਗ, ਸਿਵਲ ਕੋਰਟ ਮਾਣਯੋਗ, ਸੈਸ਼ਨ ਕੋਰਟ ਮਾਣਯੋਗ, ਹਾਈ ਕੋਰਟ ਮਾਣਯੋਗ, ਸੁਪਰੀਮ ਕੋਰਟ ਆਫ ਇੰਡੀਆ। ਇੱਥੇ ਉਹ ਕਹਿੰਦੇ ਵੀ ਜਦੋਂ ਤੁਸੀਂ ਅਦਾਲਤਾਂ ਦੀ ਜੇ ਜਾਣ ਨੂੰ ਜੱਟ ਨੂੰ ਮਨਾ ਕਰ ਦਿਓਗੇ ਤੇ ਫਿਰ ਇੱਕ ਭਾਵੇਂ SDM ਹੋਵੇ ਭਾਵੇਂ DC ਹੋਵੇ, ਹੈ ਤਾਂ ਇੱਕ ਆਫਿਸਰ ਹੀ ਆ ਨਾ, ਤੇ ਉਹ ਜਿਹੜੀ ਸਾਰੀ ਸ਼ਕਤੀ ਨਿਆਂ ਦੀ ਆਫਿਸਰ ਦੇ ਹੱਥ ਚਲੀ ਜਾਊਗੀ। ਉਹਦੇ ਨਾਲ ਕਰਪਸ਼ਨ ਵਧਣ ਦਾ ਵੀ ਖਤਰਾ ਵਾ, ਕਿਉਂਕਿ ਕਦੇ ਵੀ ਅਫਸਰ ਜਿਹੜਾ ਵਾ ਉਹਨੇ ਕਿਸਾਨ ਦੇ ਹੱਕ ਵਿੱਚ ਨਹੀਂ ਭੁਗਤਣਾ। ਇਹ ਖਦਸ਼ੇ ਆ, ਤੇ ਜਦੋਂ ਕਿਸਾਨ ਦੇ ਹੱਕ 'ਚ ਨਹੀਂ ਭੁਗਤੂਗਾ ਤੇ ਕਿਸਾਨ ਦੀ ਜਿਹੜੀ ਹੋਂਦ ਆ ਉਹਨੂੰ ਤਬਾਹੀ ਵੇਲੇ ਲੈ ਕੇ ਜਾਊਗਾ। ਉਹ ਲਿਖਦੇ ਇਹਦੇ ਨਾਲ ਹੀ ਕੀਮਤਾਂ ਤੈਅ ਕਰਨ ਦੀ ਪ੍ਰਣਾਲੀ 'ਤੇ ਵੀ ਮਾੜਾ ਅਸਰ ਪੈ ਸਕਦਾ ਹੈ, ਕਿਉਂਕਿ ਵੱਡੇ ਕਾਰਪੋਰੇਟ ਦੀ ਤੁਲਨਾ ਵਿੱਚ ਛੋਟੇ ਕਿਸਾਨ ਦੀ ਸੌਦੇਬਾਜ਼ੀ ਦੀ ਸਮਰੱਥਾ ਬਹੁਤ ਘੱਟ ਹੁੰਦੀ ਹੈ। ਇਹ ਵੀ ਗੱਲ ਅਸੀਂ ਆਮ ਸਟੇਜਾਂ ਤੋਂ ਕਹਿੰਦੇ ਹਾਂ ਕਿ ਜੇਕਰ ਇੱਕ ਬੰਨੇ ਕਾਰਪੋਰੇਟ ਘਰਾਣਾ ਖਲੋਤਾ ਹੋਵੇ, ਇੱਕ ਬੰਨੇ ਛੋਟਾ ਵਪਾਰੀ ਖਲੋਤਾ ਹੋਵੇ, ਕਾਰਪੋਰੇਟ ਘਰਾਣਾ ਅੱਜ ਮੰਡੀਆਂ ਬਾਹਰ ਸੌਦਾ ਲਊਗਾ, ਉਹਨੂੰ ਮੰਨ ਲਿਆ ਜਾਵੇ 1000 ਮਗਰ 160 ਰੁਪਏ ਮਿਲਦੇ ਆ, ਤੇ ਉਹ ਆਪਣਾ ਜਿਹੜਾ ਵਾ ਸੌਦੇ ਨੂੰ ਦਾਅ ਤੇ ਲਾ ਕੇ 200 ਵੀ ਦੇ ਦੂਗਾ ਕਿਸਾਨ ਨੂੰ ਵੱਧ ਕੁਆਂਟਲ ਦੇ ਮਗਰ, ਕਿ 160 ਤਾਂ ਆਲਰੇਡੀ ਤੇ ਵਜਣ ਡੇ ਆ, 40 ਵਿੱਚ ਹੋਰ ਪਊਗਾ ਮੰਡੀ ਨੂੰ ਖਤਮ ਕਰਨ ਵਾਸਤੇ। ਤੇ 2 ਸਾਲਾਂ ਬਾਅਦ 3 ਸਾਲਾਂ ਬਾਅਦ ਜੋ ਮੰਡੀ ਖਤਮ ਹੋ ਗਈ ਫਿਰ ਉਹ ਕਹੂਗਾ ਭਾਈ ਤੇਰੀ ਭਾਵੇਂ ਜਿੰਸ 18 ਨੂੰ 1900 2000 MSP ਆ, ਪਰ ਮੈਂ ਤਾਂ ਕੋਈ 1000 ਨੂੰ ਖਰੀਦਣੀ ਆ, ਦੇਣੀ ਤੇ ਦੇ, ਨਹੀਂ ਦੇਣੀ ਨਾ ਦੇ। ਇਹਦੇ ਨਾਲ ਜਿਹੜਾ ਛੋਟਾ ਵਪਾਰੀ ਆ ਉਹ ਵੀ ਖਤਮ ਹੋ ਜਾਵੇਗਾ। ਇਸ ਤੋਂ ਅੱਗੇ ਆਪਾਂ ਚੱਲੀਏ ਤੇ ਡਾਕਟਰ PS ਬਿਰਥਲੇ, ਇਹਨਾਂ 50-50 ਬਿਆਨ ਜਿਹੜਾ ਇਹਨਾਂ ਦਾ ਮੈਂ ਅਖਬਾਰ 'ਚ ਪੜ੍ਹਿਆ, ਉਹਦੇ ਅਨੁਸਾਰ ਮੈਂ ਆਪਣੀ ਬੁੱਧੀ ਅਨੁਸਾਰ ਗੱਲ ਕਰ ਰਿਹਾ ਕਿ ਅੱਧਾ ਕਿ ਕਾਨੂੰਨ ਦੇ ਹੱਕ ਵਿੱਚ ਭੁਗਤੇ ਉੱਥੇ, ਪਰ ਇਹਨਾਂ ਨੇ ਇਹ ਖਰਚਾ ਯਾਰ ਕੀਤਾ ਐਂਡ ਤੇ ਆ ਕੇ ਇਹਨਾਂ ਅਖਬਾਰ ਲਿਖਦੀ ਆ ਕਿ ਹਾਲਾਂਕਿ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਤੋਂ ਹੋਣ ਵਾਲੀ ਕਮਾਈ ਵਿੱਚ ਘਾਟੇ ਲਈ ਢੁਕਵਾਂ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਪੰਜਾਬ ਵਿੱਚ ਹਰੀ ਕ੍ਰਾਂਤੀ ਦੇ ਦੌਰ ਵਿੱਚ ਪਛੜੇ ਪੇਂਡੂ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ। ਉਹਨਾਂ ਵਾਤਾਵਰਣ ਸੰਬੰਧੀ ਸੇਵਾਵਾਂ ਦੀ ਸੰਭਾਲ ਲਈ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ। ਮਤਲਬ ਕਹਿਣ ਤੋਂ ਭਾਵ ਕਿ ਜੇ ਉਹਨਾਂ ਕਿਹਾ ਵੀ ਉਹਨਾਂ ਕਿ ਕਾਨੂੰਨ ਜਿਹੜਾ ਵਾ ਲਗਭਗ ਕਿਸਾਨਾਂ ਵਾਸਤੇ ਠੀਕ ਆ, ਪਰ ਉਹ ਅੱਗੇ ਗੱਲ ਕਹਿੰਦੇ ਆ ਕਿ ਇਹਦੇ ਨਾਲ ਨਾਲ ਇਹ ਕੰਮ ਕਰਤਾ ਜਾਣਾ ਚਾਹੀਦਾ ਸੀ ਕਿ ਜਿੰਨੇ ਵੀ ਛੋਟੇ ਕਿਸਾਨ ਆ ਉਹਨਾਂ ਨੂੰ, ਜੇ ਮੰਨ ਲਓ ਤੁਸੀਂ ਕਹਿੰਦੇ ਜੇ ਵੀ ਕਣਕ ਤੇ ਝੋਨਾ ਨਾ ਲਾਓ,
ਕੋਈ ਮੱਕੀ ਬੀਜ ਦਿਓ, ਸੂਰਜਮੁਖੀ ਬੀਜ ਦਿਓ, ਸਰੋਂ ਬੀਜ ਦਿਓ, ਤੋਰੀਆਂ ਬੀਜ ਦਿਓ, ਆਲੂ ਲਾ ਲਓ। ਉਹਨਾਂ ਕਿਹਾ ਵੀ ਇਹਦੇ 'ਚ ਇੱਕ ਸ਼ਰਤ ਮੱਧ ਰੱਖ ਦੇਣੀ ਚਾਹੀਦੀ ਸੀ ਕਿ ਜੇਕਰ ਝੋਨੇ ਦੇ ਮੁਕਾਬਲਤਨ ਹੋਰ ਕਿਸੇ ਕੋਈ ਚੀਜ਼ ਬੀਜਣ ਦੇ ਨਾਲ ਜੇ ਕਿਸਾਨ ਨੂੰ ਘਾਟਾ ਪੈਂਦਾ ਤੇ ਉਹਦਾ ਘਾਟਾ ਜਿਹੜਾ ਵਾ ਉਹ ਪੂਰਾ ਸਰਕਾਰ ਕਰੇ। ਇਸ ਕਾਨੂੰਨ ਦੇ ਨਾਲ ਇਹ ਵੀ ਗੱਲ ਹੋਣੀ ਚਾਹੀਦੀ ਸੀ। ਦੂਸਰਾ ਉਹਨਾਂ ਕਿਹਾ ਵੀ ਜਿਹੜਾ ਵਾਤਾਵਰਣ ਬਾਰੇ ਉਹਨਾਂ ਗੱਲ ਕੀਤੀ ਆ ਕਿ ਪਰਾਲੀ ਨੂੰ ਨਸ਼ਟ ਕਰਨ ਵਾਸਤੇ ਜਾਂ ਕਣਕ ਦੇ ਨਾੜ ਨੂੰ ਨਸ਼ਟ ਕਰਨ ਵਾਸਤੇ ਜ਼ਮੀਨ ਦੇ ਵਿੱਚ, ਉਹ ਵੀ ਸਰਕਾਰ ਨੂੰ ਇਹਦੇ ਵਿੱਚ ਕਾਨੂੰਨ 'ਚ ਪਾ ਦੇਣਾ ਚਾਹੀਦਾ ਸੀ ਇਹ ਗੱਲ ਕਿ ਉਹਨੂੰ ਕਿਸਾਨ ਨੂੰ ਮੁਆਵਜ਼ਾ ਕਿੰਨਾ ਦਿੱਤਾ ਜਾਣਾ ਚਾਹੀਦਾ ਵਾ। ਬੇਸ਼ੱਕ ਉਹਨਾਂ ਨੇ ਕਾਨੂੰਨ ਨੂੰ ਚੰਗਾ ਆਖਿਆ, ਪਰ ਆਹ ਦੋ ਗੱਲਾਂ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਜੋੜ ਦੇਣੀਆਂ ਚਾਹੀਦੀਆਂ ਵਾ। ਨੰਬਰ 1, ਪਰਾਲੀ ਦੇ ਨਾੜ ਨੂੰ ਸੰਭਾਲਣ ਵਾਸਤੇ ਉਹਨੂੰ ਕਿਸਾਨ ਦੀ ਸਹਾਇਤਾ। ਦੂਜਾ, ਜੇਕਰ ਉਹ ਕਣਕ ਤੇ ਝੋਨਾ ਲਾਉਂਦਾ ਨਹੀਂ, ਬਾਕੀ ਫਸਲਾਂ ਹੋਰ ਕੋਈ ਬੀਜਦਾ ਵਾ, ਤੇ ਉਹਦੇ ਕਣਕ ਤੇ ਝੋਨੇ ਦੇ ਮੁਕਾਬਲਤਨ ਜਿਹੜਾ ਨੂੰ ਘਾਟਾ ਪੈਂਦਾ ਕਿਸਾਨ ਨੂੰ, ਉਹ ਸਰਕਾਰ ਨੂੰ ਦੇਣਾ ਚਾਹੀਦਾ ਵਾ। ਇਹ ਡਾਕਟਰ ਸਾਹਿਬ ਲਿਖਦੇ ਆ। ਹੁਣ ਅੱਗੇ ਗੱਲ ਕਰੀਏ ਆਪਾਂ ਕਿ ਸਰਦਾਰ ਅਵਤਾਰ ਸਿੰਘ ਢੀਂਡਸਾ, ਜਿਹੜਾ ਪਹਿਲਾਂ ਵੀਡੀਓ ਸ਼ੁਰੂ ਵਿੱਚ ਕਹਿ ਚੁੱਕਾ ਵਾਂ ਕਿ ਅਗਾਂਹ ਵਧੂ ਕਿਸਾਨ ਦੇ ਤੌਰ ਤੇ ਉੱਥੇ ਪੇਸ਼, ਉਹਨਾਂ ਦੇ ਮੰਨਣਾ ਵਾ ਕਿ ਕਾਨੂੰਨ ਇਹ ਬਿਲਕੁਲ ਜਿਹੜੇ ਕਿਸਾਨਾਂ ਦੇ, ਮਜ਼ਦੂਰਾਂ ਦੇ, ਵਪਾਰੀਆਂ ਦੇ, ਆੜ੍ਹਤੀਆਂ ਦੇ ਖਿਲਾਫ ਆ। ਕਿਉਂ ਜਿਹੜੀ ਅਖਬਾਰ ਲਿਖਦੀ ਉਹਦੇ ਅਨੁਸਾਰ ਉਹਨਾਂ ਸਰਦਾਰ ਅਵਤਾਰ ਸਿੰਘ ਢੀਂਡਸਾ ਉਹਨਾਂ ਨੇ ਕਿਹਾ ਕਿ ਨਵੇਂ ਕਾਨੂੰਨ ਪੰਜਾਬ ਦੇ ਅਰਥਚਾਰੇ ਅਤੇ ਹੋਣ ਦੇ ਨਾਲ ਨਾਲ ਪੰਜਾਬ ਦੇ ਕਿਸਾਨਾਂ ਦੇ ਜੀਵਨ ਪੱਧਰ ਲਈ ਗੰਭੀਰ ਚੁਣੌਤੀ ਪੇਸ਼ ਕਰਦੇ ਹਨ। ਇਨ ਬਿੱਲ ਪਾਸ ਕਰਨ ਤੋਂ ਪਹਿਲਾਂ ਕਿਸਾਨਾਂ ਅਤੇ ਹੋਰ ਭਾਈਵਾਲਾਂ ਤੋਂ ਸਹਿਮਤੀ ਜ਼ਰੂਰੀ ਕੇਂਦਰ ਨੂੰ ਲੈ ਲੈਣੀ ਚਾਹੀਦੀ ਸੀ। ਉਹਨੇ ਕਿਹਾ ਜੀ ਇਹ ਜਿਹੜੇ ਆ ਬਿੱਲ ਆ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੇ ਹਿੱਤੂ ਨਹੀਂ ਹੋਣਗੇ, ਇਹਨਾਂ ਦੀ ਹੋਂਦ ਨੂੰ ਖਤਮ ਕਰਨਗੇ। ਇਸ ਕਰਕੇ ਸਰਕਾਰ ਨੂੰ ਚਾਹੀਦਾ ਸੀ ਕਿ ਬਿੱਲ ਲਿਆਉਣ ਤੋਂ ਪਹਿਲਾਂ, ਲੋਕ ਸਭਾ ਦੇ ਵਿੱਚ ਲਿਆਉਣ ਤੋਂ ਪਹਿਲਾਂ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਨਾਲ, ਉੱਘੇ ਵਿਸ਼ੇਸ਼ज्ञਾਂ ਨਾਲ, ਡਾਕਟਰ ਸਾਹਿਬਾਨਾਂ ਦੇ ਨਾਲ, ਕਿਸਾਨਾਂ ਗਾਂਹ ਵਧੂ ਕਿਸਾਨਾਂ ਦੇ ਨਾਲ ਇਹ ਤੇ ਚਰਚਾ ਹੋਣੀ ਚਾਹੀਦੀ ਸੀ। ਉਸ ਤੋਂ ਅੱਗੇ ਲਿਖਦੇ ਆ ਕਿ ਕੰਟਰੈਕਟ ਫਾਰਮ ਬਾਰੇ ਢੀਂਡਸਾ ਨੇ ਜ਼ੋਰ ਦੇ ਕੇ ਕਿਹਾ ਕਿ ਕੰਟਰੈਕਟਿੰਗ ਕੰਪਨੀਆਂ ਵੱਲੋਂ ਕੰਟਰੈਕਟ ਫਾਰਮਿੰਗ ਤਹਿਤ ਨਵੀਆਂ ਫਸਲਾਂ ਅਤੇ ਕਿਰਿਆਵਾਂ ਨੂੰ ਅਪਣਾਉਣ ਨਾਲ ਹੋਣ ਵਾਲੇ ਸੰਭਾਵਿਤ ਨੁਕਸਾਨ ਤੋਂ ਕਿਸਾਨਾਂ ਨੂੰ ਸੁਰੱਖਿਅਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਜੇ ਤੁਸੀਂ ਬਿੱਲ ਲਿਆਉਂਦੇ ਵੀ ਜੀ ਤੇ ਇਹਨਾਂ ਦੇ ਮਾੜੇ ਪ੍ਰਭਾਵ, ਕੋਈ ਵੀ ਆਪਾਂ ਕੰਮ ਕਰਦੇ ਹਾਂ, ਬਿਜਲੀ ਆ, ਬਿਜਲੀ ਦੀ ਜੇ ਇੱਕ ਹੋਂਦ ਆ, ਬਿਜਲੀ ਨਾਲ ਲਾਈਟ ਜਗਦੀ ਤੇ ਉਹ ਕਰੰਟ ਵੀ ਪੈਂਦਾ ਵਾ। ਉਹਨਾਂ ਕਿਹਾ ਜੇ ਆਉਣਾ ਸੀ ਬਿੱਲ ਲਿਆਉਣੇ ਸੀ, ਇਹਨਾਂ ਦੇ ਨੁਕਸਾਨ ਤੇ ਫਾਇਦੇ ਹੋਣ ਜਿਹੜੇ ਹੀ ਪਹਿਲਾਂ ਕਿਸਾਨਾਂ ਨੂੰ ਸਮਝਾਉਣੇ ਚਾਹੀਦੇ ਸੀ। ਅੱਗੇ ਉਹ ਲਿਖਦੇ ਆ ਕਿ ਉਹਨਾਂ ਵਿਵਾਦਾਂ ਦੇ ਨਿਪਟਾਰੇ ਨੂੰ ਅਦਾਲਤਾਂ ਤੋਂ ਅਫਸਰਸ਼ਾਹੀ ਤਬਦੀਲ ਕਰਨ ਦੀ ਕੁਸ਼ਲਤਾ ਤੇ ਵੀ ਚਿੰਤਾ ਜ਼ਾਹਰ ਕੀਤੀ। ਉਹਨਾਂ ਵੀ ਉਹੀ ਜਿਹੜੀ ਗੱਲ ਅਜੇ ਵੀਰ ਜਾਖੜੀ ਕਹਿੰਦੇ ਆ। ਅਗਾਂਹ ਵਧੂ ਕਿਸਾਨ ਡਾਕਟਰ ਅਵਤਾਰ ਸਿੰਘ ਆਪਣੇ ਸਰਦਾਰ ਅਵਤਾਰ ਸਿੰਘ ਢੀਂਡਸਾ ਨੇ ਇਹ ਗੱਲ ਕਹੀ ਆ ਕਿ ਜਿਹੜਾ ਇਹ ਕਾਨੂੰਨ ਜੇ ਮੰਨ ਲਓ ਲਾਗੂ ਕਰਤਾ ਜਾਂਦਾ ਤੇ ਇਹਦਾ ਜਿਹੜਾ ਇੱਕ ਨਿਆਂ ਦੀ ਜਿਹੜੀ ਪ੍ਰਣਾਲੀ ਆ ਉਹ ਅਦਾਲਤਾਂ ਤੋਂ ਅਫਸਰਸ਼ਾਹੀ ਵੱਲ ਜਾਊਗੀ, ਜਿਹੜੀ ਕਿ ਇੱਕ ਗੰਭੀਰ ਚਿੰਤਾ ਦਾ ਵਿਸ਼ਾ। ਇੰਨੀ ਗੱਲ ਜਿਹੜੀ ਆ ਉਹ ਉਹਨਾਂ ਲਿਖੀ ਆ ਜੀ 1/11/2020 ਦੀ ਅਖਬਾਰ ਦੇ ਵਿੱਚ। ਉਹਦਾ ਦੂਜਾ ਭਾਗ ਉਹਨਾਂ ਨੇ ਅੱਗੇ 2/11/2020 ਨੂੰ ਦਿੱਤਾ, ਜਿਹੜਾ ਕਿ ਮੈਂ ਤੁਹਾਨੂੰ ਮੇਨ ਦੱਸ ਦਿੰਦਾ। ਇੱਥੇ ਆਮ ਸਹਿਮਤੀ ਜਿਹੜੀ ਸਾਰੀ ਗੱਲਬਾਤ ਹੋ ਗਈ, ਉਹ ਚਲੋ ਮੋਰਲ ਕੱਢਿਆ, ਸਿੱਟਾ ਕੱਢਿਆ। ਆਮ ਸਹਿਮਤੀ ਕੀ ਬਣੀ ਸੁਣਿਓ। ਇੱਥੇ ਆਮ ਸਹਿਮਤੀ ਬਣੀ ਕਿ ਕਾਨੂੰਨ ਜਲਦਬਾਜ਼ੀ ਵਿੱਚ ਲਾਗੂ ਕੀਤੇ ਗਏ ਆ। ਮਤਲਬ ਲਗਭਗ 200 ਸਿਆਣਾ ਬੰਦਾ ਇਕੱਠਾ ਹੋਇਆ, 2 ਡਾਕਟਰ ਆਏ, 1 ਵਿਸ਼ਲੇਸ਼ਕ ਆਇਆ, ਅਰਥਸ਼ਾਸਤਰੀ ਆਇਆ, 1 ਕਿਸਾਨ ਆਇਆ। ਉਹਨਾਂ ਸਾਰਿਆਂ ਦੀ ਇਹ ਸਾਂਝੀ ਰਾਏ ਇਹ ਬਣੀ ਵੀ ਇਹ ਜਿਹੜੇ ਆ ਆਮ ਸਹਿਮਤੀ ਬਣੀ ਕਿ ਕਾਨੂੰਨ ਜਲਦਬਾਜ਼ੀ ਵਿੱਚ ਲਾਗੂ ਕੀਤੇ ਗਏ ਹਨ। ਰਾਜਾਂ, ਕਿਸਾਨਾਂ ਅਤੇ ਹੋਰ ਧਿਰਾਂ ਨਾਲ ਵਿਆਪਕ ਸਲਾਹ ਮਸ਼ਵਰਾ ਕੀਤਾ ਜਾਣਾ ਚਾਹੀਦਾ ਸੀ। ਖੇਤੀਬਾੜੀ ਨੀਤੀਆਂ ਸੂਬੇ ਦਾ ਵਿਸ਼ੇਸ਼ ਅਧਿਕਾਰ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਖੇਤੀਬਾੜੀ ਸਿਰਫ ਸੂਬੇ ਦਾ ਵਿਸ਼ਾ ਹੀ ਨਹੀਂ ਹੈ, ਸਗੋਂ ਇਹ ਭਾਰਤ ਦੇ ਖੇਤੀ ਵਾਤਾਵਰਣ ਵਿੱਚ ਹੀ ਵਿਭਿੰਨਤਾ ਵਾ। ਮਤਲਬ ਆਪਾਂ ਜੇ ਪੰਜਾਬੀ 'ਚ ਗੱਲ ਕਹਿ ਲਈਏ, ਉਹਨਾਂ ਨੇ ਇਹ ਗੱਲ ਕੀਤੀ ਆ ਕਿ ਸੂਬੇ ਨੂੰ ਅਧਿਕਾਰ ਹੋਣਾ ਚਾਹੀਦਾ ਵਾ ਵੀ ਜੇ ਕੇਂਦਰ ਨੇ ਕਾਨੂੰਨ ਬਣਾ ਦਿੱਤੇ ਸੀ ਤੇ ਨਾਲ ਇਹ ਮੱਦ ਪਾਉਂਦੇ ਕਿ ਸੂਬੇ ਨੂੰ ਅਧਿਕਾਰ ਆ, ਚਾਹੇ ਉਹ ਲਾਗੂ ਕਰੇ ਚਾਹੇ ਉਹ ਨਾ ਕਰੇ, ਇਹ ਅਧਿਕਾਰ ਹੋਣਾ ਚਾਹੀਦਾ ਵਾ। ਕਿਉਂਕਿ ਖੇਤੀ ਵਾਤਾਵਰਨ ਵੱਖੋ ਵੱਖਰਾ ਭਾਰਤ ਦੇ ਵਿੱਚ, ਕਿਸੇ ਰਾਜ ਕਿਸੇ ਤਰ੍ਹਾਂ ਖੇਤੀ ਦਾ ਵਾਤਾਵਰਨ ਆ, ਕਿਤੇ ਧੁੱਪ ਜ਼ਿਆਦੀ, ਕਿਤੇ ਛਾਂ ਜ਼ਿਆਦੀ, ਕਿਤੇ ਮੀਂਹ ਆ ਜਾਂਦਾ, ਕਿਤੇ ਮੀਂਹ ਨਹੀਂ ਆਉਂਦਾ, ਕਿਤੇ ਸੋਕਾ ਪੈਂਦਾ ਵਾ। ਉਹਨਾਂ ਦਾ ਆਪਣੇ ਹਿਸਾਬ ਦੇ ਨਾਲ ਸੂਬੇ ਜਿਹੜੇ ਆ ਇਹਨੂੰ ਕਾਨੂੰਨ ਨੂੰ ਢਾਲ ਕੇ ਬਣਾ ਸਕਦੇ। ਇਸ ਕਰਕੇ ਇਹ ਜਿਹੜੀ ਵਿੱਚ ਮੱਦ ਪਾ ਦੇਣੀ ਚਾਹੀਦੀ ਸੀ। ਉਹਨਾਂ ਅੱਗੇ ਲਿਖਿਆ ਕਿ ਕੁਝ ਦਲੀਲਾਂ
ਕਿ MSP ਅਤੇ ਜਨਤਕ ਖਰੀਦ ਦਾ ਲਾਭ ਭਾਰਤ ਸਿਰਫ 6% ਕਿਸਾਨਾਂ ਨੂੰ ਹੁੰਦਾ ਹੈ ਅਤੇ ਇਸ ਦੇ ਬਹੁਤ ਵਿੱਤੀ ਖਰਚੇ ਹਨ। ਮਤਲਬ ਤੇ ਇਹ ਵੀ ਗੱਲ ਆਈ ਕਿ ਜਿਹੜਾ MSP ਆ ਉਹ ਸਿਰਫ 6% ਕਿਸਾਨਾਂ ਨੂੰ ਮਿਲ ਰਹੀ ਆ, ਯਾਨੀ ਕਿ ਆਪਣੇ ਪੰਜਾਬ, ਹਰਿਆਣਾ, ਕੁਝ ਹਿੱਸਾ ਯੂਪੀ ਦਾ ਤੇ ਕੁਝ ਹਿੱਸਾ ਰਾਜਸਥਾਨ ਦਾ, ਵੀ ਕੁਝ ਕੁ ਨੂੰ ਮਿਲ ਰਹੀ ਆ, ਬਾਕੀਆਂ ਨੂੰ ਨਹੀਂ ਮਿਲ ਰਹੀ। ਉਹਦਾ ਅੱਗੇ ਉਹਨਾਂ ਜਵਾਬ ਦਿੱਤਾ, ਉਹਨਾਂ ਕਿਹਾ ਕਿ ਇਸ ਲਈ ਸਾਡੇ ਯਤਨ ਬਾਕੀ 94% ਕਿਸਾਨਾਂ ਦੀ ਆਮਦਨੀ ਮੁਨਾਫਾ ਵਧਾਉਣ ਤੇ ਕੇਂਦਰਿਤ ਹੋਣੇ ਚਾਹੀਦੇ ਹਨ, ਜਦੋਂ ਕਿ ਹਾਲ ਹੀ ਦੀਆਂ ਘਟਨਾਵਾਂ ਜਨਤਕ ਖਰੀਦ MSP ਪ੍ਰਾਪਤ ਕਰ ਰਹੇ 6% ਕਿਸਾਨਾਂ ਦੀ ਰੋਜੀ ਰੋਟੀ ਨੂੰ ਖਤਮ ਕਰਨ ਤੇ ਜ਼ੋਰ ਦਿੰਦੀਆਂ ਹਨ। ਕਹਿਣ ਤੋਂ ਭਾਵ ਕਿ ਉਹਨਾਂ ਨੇ ਗੱਲ ਮੰਨੀ ਉੱਥੇ ਸੈਮੀਨਾਰ ਦੇ ਵਿੱਚ, ਸਾਰੇ ਵਿਸ਼ਲੇਸ਼ਕਾਂ ਨੇ, ਸਾਰੇ ਸਿਆਣੇ ਬੁੱਧੀਜੀਵੀਆਂ ਨੇ ਇਹ ਗੱਲ ਮੰਨੀ ਵੀ ਇਹ ਨਾ ਕਹੋ ਵੀ ਅੱਗੇ ਜੀ ਸਾਨੂੰ 6% ਦੇ ਫਾਇਦਾ ਮਿਲਦਾ ਸੀ, ਇਸ ਤੋਂ ਅੱਗੇ ਸਾਰਿਆਂ ਨੂੰ ਮਿਲੂਗਾ। ਉਹਨਾਂ ਕਿਹਾ ਨਹੀਂ, ਤੁਸੀਂ ਜਿਹੜਾ ਕਾਨੂੰਨ ਪਾਸ ਕੀਤਾ ਇਹਦੇ ਨਾਲ ਜਿਹੜੇ 6% ਕਿਸਾਨਾਂ ਨੂੰ ਅੱਗੇ ਇਹਦੀ MSP ਨਾਲ ਕੋਈ ਲਾਭ ਹੁੰਦਾ ਸੀ ਉਹ ਵੀ ਹਟ ਜਾਵੇਗਾ। ਸਗੋਂ ਇਹ ਚਾਹੀਦਾ ਸੀ ਕਿ ਬਾਕੀ ਜਿਹੜੇ 94% ਕਿਸਾਨ ਹੈ ਉਹਨਾਂ ਨੂੰ ਕਿਸੇ ਤਰੀਕੇ, ਕਿਸੇ ਕਾਨੂੰਨ ਬਣਾ ਕੇ ਉਹਨਾਂ ਨੂੰ MSP ਦਿੱਤੀ ਜਾਂਦੀ, ਉਹਨਾਂ ਨੂੰ ਜਿਹੜੇ ਵੱਧ ਅਧਿਕਾਰ ਦਿੰਦੇ ਫਸਲ ਵੇਚਣ ਦੇ। ਪਰ ਹੋਇਆ ਉਲਟ ਕਿ ਜਿਹੜੇ 6% ਕਿਸਾਨਾਂ ਨੂੰ ਕੋਈ ਮਾੜਾ ਮੋਟਾ ਲਾਭ ਹੁੰਦਾ ਸੀ ਉਹ ਵੀ ਜਿਹੜਾ ਕਾਨੂੰਨ ਉਹ ਤੋਂ ਖਤਮ ਹੋ ਜਾਊਗਾ। ਅਮੀਰ ਅਤੇ ਗਰੀਬ ਦਰਮਿਆਨ ਵੱਧ ਰਹੀ ਅਸਮਾਨਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ COVID-19 ਦੇ ਸਮੇਂ ਦੌਰਾਨ ਵੀ 100 ਸਭ ਤੋਂ ਅਮੀਰ ਭਾਰਤੀਆਂ ਵਿੱਚੋਂ ਅੱਧਿਆਂ ਨੇ ਆਪਣੀ ਧਨ ਸੰਪਤੀ ਵਿੱਚ 14% ਵਧਾ ਲਈ, ਜੋ 63.5 ਅਰਬ ਅਮਰੀਕੀ ਡਾਲਰ ਬਣਦੀ ਹੈ, ਜੋ ਬਹੁ ਗਿਣਤੀ ਆਬਾਦੀ ਮਹਾਮਾਰੀ ਨਾਲ ਸਮੱਸਿਆ ਨਾਲ ਜੂਝ ਰਹੀ ਸੀ। ਉਹਨੇ ਕਿਹਾ ਤੁਸੀਂ ਕਹਿੰਦੇ ਜੀ ਵੀ ਅਸੀਂ ਇਹ ਤੋਂ ਕਿਸਾਨਾਂ ਨੂੰ ਉਭਾਰਨਾ ਚਾਹੁੰਦੇ ਹਾਂ, ਕੀਮਤ ਜਿਹੜੀ ਇਹਨਾਂ ਦੀ ਆਮਦਨੀ ਦੁੱਗਣੀ ਕਰ ਦਿਆਂਗੇ। ਪਰ ਵੇਖੋ ਹੋਇਆ ਕੀ ਆ ਕਿ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਵਾ, ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ। ਭਾਵੇਂ COVID-19 ਆਈ, ਲੋਕਡਾਊਨ ਰਿਹਾ, ਪਾਬੰਦੀਆਂ ਰਹੀਆਂ, ਸਭ ਕੁਝ ਹੋਇਆ, ਪਰ ਜਿਹੜੇ 100 ਘਰਾਣੇ, ਕਾਰਪੋਰੇਟ ਘਰਾਣੇ 100 ਭਾਰਤ ਦੇ, ਉਹਨਾਂ ਦੀ ਬੰਦ ਕੰਮ ਦੇ ਵਿੱਚੋਂ ਵੀ 14% ਆਮਦਨੀ ਵਧੀ, ਘਾਟਾ ਕੋਈ ਨਹੀਂ ਪਿਆ। ਤੇ ਸਾਡੇ ਕਿਸਾਨਾਂ ਮਜ਼ਦੂਰ ਜਿਹੜੇ ਆ ਉਹ ਕੋਵਿਡ ਜਿਹੜੇ ਮਹਾਮਾਰੀ ਆਈ ਆ, ਇਹਨਾਂ ਲੋਕਡਾਊਨ ਕਰਤਾ ਤੇ ਡੁੱਬ ਗਏ, ਉਹ ਭੁੱਖੇ ਮਰ ਗਏ। ਖੁਦਕੁਸ਼ੀਆਂ ਜਿਹੜੀਆਂ ਹੋ ਰਹੀਆਂ ਵਾ, ਪੰਜਾਬ 'ਚ ਵੀ ਹੋਈ ਆ ਖੁਦਕੁਸ਼ੀ, ਜਾਂ ਦੇਸ਼ ਵਿੱਚ ਹੋ ਰਹੀ ਹੈ ਖੁਦਕੁਸ਼ੀ, ਪਰਿਵਾਰ ਸੁਸਾਈਡ ਕਰ ਰਹੇ ਆ, ਕੋਈ ਗੋਲੀਆਂ ਨਾਲ, ਕੋਈ ਅੱਗ ਲਾ ਲਾ ਕੇ। ਉਹ ਸਿਰਫ COVID-19 ਦੀ ਜਿਹੜੀ ਮਹਾਮਾਰੀ ਦੇ ਨਾਲ ਲੋਕਡਾਊਨ ਹੋਇਆ ਵਾ ਉਹਦੇ ਕਰਕੇ ਹੋ ਰਿਹਾ ਵਾ। ਪਰ ਉਹਦੇ ਉਲਟ ਉਹਨਾਂ ਕਿਹਾ ਕਿ ਜਿਹੜੇ ਕਾਰਪੋਰੇਟ ਘਰਾਣੇ ਆ, 100 ਘਰਾਣਾ ਵਾ, ਉਹਨਾਂ ਦੀ 14% ਇੱਥੇ ਵਧਣ ਡਈ ਆ। ਇਹਦਾ ਮਤਲਬ ਇਹ ਆ ਉਸ ਤੋਂ ਅੱਗੇ ਇਹ ਧਾਰਨਾ ਕਿ ਇਹਨਾਂ ਕਾਨੂੰਨਾਂ ਕਰਕੇ ਮੰਡੀਆਂ ਦੀ ਸਮਰੱਥਾ ਵਿੱਚ ਸੁਧਾਰ ਹੋਵੇਗਾ ਨੂੰ ਬਿਹਾਰ ਵਿੱਚ ਵੇਖਿਆ ਜਾ ਸਕਦਾ ਹੈ। ਜੇ ਤੁਸੀਂ ਕਹਿੰਦੇ ਜੇ ਵੀ ਜਿਹੜੇ ਕਾਨੂੰਨ ਹੈ, ਕੇਂਦਰ ਨੂੰ ਸਵਾਲ ਕੀਤਾ ਕਿ ਜੇ ਤੁਸੀਂ ਕਹਿੰਦੇ ਜੇ ਇਹ ਕਾਨੂੰਨ ਚੰਗੇ ਆ, ਇਹਦੇ ਨਾਲ ਸਭ ਕੁਝ ਸਹੀ ਹੋ ਜਾਊਗਾ, MSP ਮਿਲ ਜੂਗੀ, ਖੁਸ਼ਹਾਲ ਹੋ ਜਾਊਗਾ ਕਿਸਾਨ, ਤੇ ਫਿਰ ਉਹਨਾਂ ਕਿਹਾ ਵੀ ਬਿਹਾਰ ਵਿੱਚ ਜਿਹੜਾ ਵੇਖਿਆ ਜਾ ਸਕਦਾ ਵਾ ਜਿੱਥੇ APMC ਮੰਡੀਆਂ ਨਹੀਂ ਹਨ, ਜਿਹੜੇ ਸਾਡੇ ਦੇ APMC ਮੰਡੀਆਂ ਵਾ ਉਹ ਨਹੀਂ ਹਨ, ਅਤੇ ਅਨਾਜ ਪ੍ਰਾਈਵੇਟ ਵਪਾਰੀਆਂ ਰਾਹੀਂ ਵੇਚਿਆ ਜਾਂਦਾ ਹੈ, ਜਿਹਦਾ ਕਿਸਾਨਾਂ ਨੂੰ ਕੋਈ ਆਰਥਿਕ ਮੁਨਾਫਾ ਨਹੀਂ ਹੋਇਆ, ਕਿਉਂਕਿ ਕਿਸਾਨ MSP ਤੇ ਫਸਲ ਵੇਚਣ ਵਿੱਚ ਅਸਮਰੱਥ ਹਨ। ਉੱਥੇ ਬਿਹਾਰ ਦੇ ਵਿੱਚ ਕੋਈ ਵੀ ਕਿਸਾਨ MSP ਯਾਨੀ ਕਿ ਮਿਨੀਮਮ ਸਪੋਰਟ ਪ੍ਰਾਈਸ ਤੇ ਫਸਲ ਨਹੀਂ ਵੇਚ ਸਕਦਾ। ਉਹ ਸੜਕਾਂ ਤੇ ਰੱਖ ਕੇ ਵੇਚਦੇ ਆ ਜਾਂ ਘਰਾਂ ਤੋਂ ਚੁਕਾਉਂਦੇ ਆ, ਮੰਡੀਆਂ ਹੈ ਨਹੀਂ ਗੀਆਂ, ਜਿਹਦਾ ਕਰਕੇ ਉੱਥੇ ਜਿਹੜਾ ਵਾ ਉਹ ਕਿਸਾਨ ਬਹੁਤ ਜ਼ਿਆਦਾ ਗਰੀਬ ਆ। ਉੱਥੋਂ ਦਾ 5 ਕਿੱਲੇ ਵਾਲਾ ਬਿਹਾਰ ਦਾ ਜਿਹੜਾ ਕਿਸਾਨ ਆ ਉਹ ਆ ਕੇ ਤੇ 2 ਕਿੱਲੇ ਵਾਲੇ ਕਿਸਾਨ ਦੇ ਕੋਲ ਨੌਕਰੀ ਕਰਦਾ ਵਾ, ਦਿਹਾੜੀ ਕਰਦਾ ਵਾ। ਉਹਨੇ ਕਿਹਾ ਵੀ ਇਹ ਜਿਹੜਾ ਵਾ ਉੱਥੇ ਅਜਮਾਇਆ ਜਾ ਚੁੱਕਾ ਵਾ ਫਾਰਮੂਲਾ, ਜਿਹੜਾ ਕਿ ਬਿਲਕੁਲ ਫੇਲ ਹੋਇਆ ਵਾ। ਇਸ ਤੋਂ ਅੱਗੇ ਉਹਨੇ ਕਿਹਾ ਇਹ ਸਿਧਾਂਤਕ ਉਮੀਦਾਂ ਹਨ ਕਿ ਨਵੇਂ ਕਾਨੂੰਨਾਂ ਰਾਹੀਂ ਪ੍ਰਾਈਵੇਟ ਵਪਾਰ ਦੀ ਐਂਟਰੀ ਨਾਲ ਫਸਲੀ ਵਿਭਿੰਨਤਾ ਨੂੰ ਹੁਲਾਰਾ ਮਿਲੇਗਾ ਅਤੇ ਫਸਲਾਂ ਦੀਆਂ ਚੰਗੀਆਂ ਕੀਮਤਾਂ ਮਿਲਣਗੀਆਂ। ਜੇਕਰ ਅਜਿਹਾ ਹੀ ਹੈ, ਉਹਨੇ ਕਿਹਾ ਜੇ ਅਜਿਹਾ ਤੁਸੀਂ ਮੰਨਦੇ ਜੇ ਵੀ ਇਹ ਕਾਨੂੰਨ ਦੇ ਨਾਲ ਐਂਟਰੀ ਤੋਂ ਹੋ ਗਈ ਤੇ ਫਸਲੀ ਵਿਭਿੰਨਤਾ ਨੂੰ ਹੁਲਾਰਾ ਮਿਲੂਗਾ, ਉਹਨੇ ਕਿਹਾ ਜੇਕਰ ਅਜਿਹੀ ਹੈ ਤਾਂ ਝੋਨੇ ਅਤੇ ਕਣਕ ਦੀ ਫਸਲ ਨੂੰ ਛੱਡ ਕੇ ਹੋਰਨਾਂ ਫਸਲਾਂ ਦੇ ਮਾਮਲੇ 'ਚ ਅਜਿਹਾ ਕਿਉਂ ਨਹੀਂ ਹੋਇਆ? ਫਿਰ ਹੋ ਜਾਣਾ ਚਾਹੀਦਾ ਸੀ ਇਹ ਕਣਕ ਤੇ ਝੋਨਾ ਇਹਨਾਂ ਨੂੰ ਪਾਸੇ ਜੱਟ ਕਰਨ ਦੇ ਤੇ ਬਾਕੀ ਜਿਹੜੇ ਫਸਲਾਂ ਉਹ ਬੀਜਦੇ, ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਅੱਗੇ ਫਸਲੀ ਵਿਭਿੰਨਤਾ ਲਈ MSP ਦੇ ਨਾਲ ਬਦਲਵੀਆਂ ਫਸਲਾਂ ਦੀ ਮਾਰਕੀਟਿੰਗ ਵੀ ਜ਼ਰੂਰੀ ਹੁੰਦੀ ਹੈ, ਜਾਂ ਕਿਸਾਨਾਂ ਨੂੰ ਬਦਲਵੀਆਂ ਫਸਲਾਂ ਅਪਣਾਉਣ ਤੇ ਹੋਰ ਹੋਣ ਵਾਲੇ ਨੁਕਸਾਨ ਦਾ ਲੋੜੀਂਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਵੀ ਜਾਂ ਤਾਂ ਫਿਰ ਇੱਦਾਂ ਕਰ ਦਿਓ ਕਿ MSP ਦੇ ਨਾਲ ਬਦਲਵੀਆਂ ਫਸਲਾਂ ਦੀ ਮਾਰਕੀਟ 'ਚ ਮੰਨ ਲਓ ਜਿਹੜੀ ਕੋਈ ਵੀ ਚੀਜ਼ ਆਉਂਦੀ ਹੈ, 23 ਫਸਲਾਂ ਦੀ ਮੰਗ ਕਰਦੇ ਆ, ਸਾਰੀਆਂ MSP ਲਾਗੂ ਕਰ ਦਿਓ। ਇਹ ਤੋਂ ਘੱਟ ਕੋਈ ਵੀ ਚੀਜ਼ ਕੋਈ ਖਰੀਦੂਗਾ ਨਹੀਂ, ਕਾਨੂੰਨ 'ਚ ਪਾ ਦਿਓ ਇਹ ਤੋਂ ਘੱਟ ਕੋਈ ਵੀ ਚੀਜ਼ ਨਹੀਂ ਖਰੀਦੀ ਜਾਊਗੀ, ਭਾਵੇਂ ਉਹ
ਮੂੰਗੀ ਹੋਵੇ, ਭਾਵੇਂ ਦਾਲਾਂ ਹੋਣ, ਜਾਂ ਆਪਣੇ ਗੰਨਾ ਵਾ, ਨਰਮਾ ਵਾ, ਸਰੋਂ ਬੀਜ, ਤੇਲ ਬੀਜ ਜਾਂ ਜਿੰਨੇ ਵੀ ਆ, ਉਹਨੇ ਕਿਹਾ ਇਹਨਾਂ ਦਾ ਜਿਹੜਾ ਵਾ ਇੱਕ ਏਡ ਬਣਾ ਦਿਓ, ਇੱਕ ਏਰੀਆ ਬਣਾ ਦਿਓ ਕਿ ਇਹ ਤੋਂ ਘੱਟ ਨਹੀਂ ਵੇਚੀਆਂ ਜਾਣੀਆਂ ਚਾਹੀਦੀਆਂ। ਤੇ ਜੇਕਰ ਵਿਕਣ, ਨਾਲ ਇਹ ਵੀ ਕਿਹਾ ਵਿੱਚ ਕਾਨੂੰਨ 'ਚ ਇਹ ਗੱਲ ਪਾ ਦਿਓ ਵੀ ਜੇਕਰ ਵਿਕਣ ਤੇ ਉਹ ਘੱਟ ਕੀਮਤ 'ਤੇ ਵਿਕਣ ਤੇ ਉਹਦਾ ਹੋਣ ਵਾਲਾ ਜਿਹੜਾ ਵਾ ਨੁਕਸਾਨ ਉਹ ਸਰਕਾਰ ਭਰੂਗੀ। ਇਹ ਇੱਕ ਜਿਹੜੀ ਉਦਾਹਰਨ ਪੇਸ਼ ਕਰਤੀ ਹੈ ਪਿਛਲੇ ਦਿਨੀ ਕੇਰਲ ਦੀ ਰਾਜ ਨੇ। ਕੇਰਲ ਮੈਂ ਕੈਡ ਆਨ ਕਰਦੇ ਹਾਂ ਇਸ ਗੱਲ ਦੇ ਵਿੱਚ ਕਿ ਕੇਰਲ ਸਟੇਟ ਨੇ ਉਹ ਜਿਹੜੀਆਂ ਵਾ 17 ਸਬਜ਼ੀਆਂ ਉਹਦੀ MSP ਲਾਗੂ ਕਰਤੀ ਹੈ। ਕੋਈ ਵੀ ਕਿਸਾਨ MSP ਦੇ ਮੰਨ ਲਓ ਮੰਡੀ 'ਚ ਕਿਹੜੀ ਉਹ ਲੈ ਕੇ ਜਾਂਦਾ ਸਬਜ਼ੀ, ਉਹਦਾ ਮੰਨ ਲਿਆ ਜਾਵੇ ਕਿ ਉਹਨਾਂ ਨੇ ਕੱਦੂ ਦੀ ਕੀਮਤ 15 ਰੁਪਏ ਰੱਖਤੀ ਹੈ ਉਦਾਹਰਨ ਦੇ ਤੌਰ 'ਤੇ, ਉਹ 12 ਰੁਪਏ ਨੂੰ ਕੱਦੂ ਦਾ ਵਿਕ ਗਿਆ ਵਾ। ਤੇ ਉਹਨਾਂ ਨੇ 4 ਕੌਂਸਲਾਂ, ਇੱਕ ਮਾਰਕੀਟ ਕਮੇਟੀ ਕੌਂਸਲ, ਇੱਕ ਕਿਹੜੀ ਆਪਣੇ ਸ਼ਹਿਰ ਦੀ ਕੌਂਸਲ, ਇੱਕ ਉਹਨਾਂ ਨੇ ਕਮੇਟੀ ਪੂਰੀ ਬਣਾਈ ਹੋਈ ਆ, ਤੇ ਇੱਕ ਉਹਨਾਂ ਧਿਰ ਸਰਕਾਰ ਨੂੰ ਬਣਾਇਆ ਵਾ ਕਿ ਇਹ ਸਾਰੇ ਕੰਮ ਨੂੰ ਖੋਜ ਕਰਕੇ ਜਿੱਥੇ ਉਹਨੂੰ ਘਾਟਾ ਪਿਆ ਵਾ, ਮੰਨ ਲਓ ਉਹ 20 ਕਿਲੋ ਕੱਦੂ ਲੈ ਕੇ ਆਇਆ ਵਾ, MSP ਤੋਂ 3 ਰੁਪਏ ਨੂੰ ਘੱਟ ਮਿਲੇ ਆ 60 ਰੁਪਏ, 3 ਦਿਨਾਂ ਦੇ ਅੰਦਰ ਅੰਦਰ ਉਹਦੇ ਖਾਤੇ 'ਚ ਜਾਣਗੇ ਕਿਸਾਨ ਦੇ। ਵੇਖੋ ਸਾਡੇ ਇੱਥੇ ਫਸਲਾਂ ਦੀ MSP ਨਹੀਂ ਹੈਗੀ, ਤੇ ਕੇਰਲ ਸਰਕਾਰ ਨੇ ਅਗਾਂਹ ਵਧਦਿਆਂ 17 ਸਬਜ਼ੀਆਂ ਦੀ MSP ਬੰਨ੍ਹਤੀ ਆ। ਤੇ ਨਾਲ ਇਹ ਵੀ ਕਹਿਤਾ ਵੀ ਜੇ ਕੋਈ ਗੱਲੋਂ ਵਪਾਰੀ ਥੋੜੇ ਪੈਸਿਆਂ 'ਚ ਖਰੀਦਦਾ ਵਾ, MSP ਤੋਂ ਘੱਟ ਖਰੀਦਦਾ ਵਾ, ਤੇ ਅਸੀਂ ਜਿਹੜਾ ਸਰਕਾਰ ਦੀ ਭਰਪਾਈ ਕਰੂਗੀ ਤੇ ਵਿਭਿੰਨਤਾ ਆਪੇ ਲਾਗੂ ਹੋਣੀ ਹੈ। ਹਾਲਾਂਕਿ ਉਹਨਾਂ ਜਿਹੜਾ ਬਹੁਤਾ ਵਾ ਨਾਰੀਅਲ ਦਾ ਉਹਨਾਂ ਰੱਖਤਾ 10 ਰੁਪਏ ਰੇਟ ਰੱਖਤਾ, ਸਾਰੀਆਂ ਆਪਣੀਆਂ ਫਸਲਾਂ ਉਹਨਾਂ ਨੇ 17 ਸਬਜ਼ੀਆਂ ਤੇ ਫਲ ਉਹਦੀ ਉਹਨੇ ਕਰ ਦਿੱਤੀ, ਉਹਨੇ ਪਹਿਲ ਕਰ ਦਿੱਤੀ ਹੈ। ਤੇ ਫਿਰ ਸਰਕਾਰ ਇਹ ਕਿਉਂ ਨਹੀਂ ਕਰ ਸਕਦੀ? ਇਹ 'ਚ ਅਖੀਰਤ ਨੇ ਇਹੀ ਗੱਲ ਕਹੀ ਆ। ਹੁਣ ਜਿਹੜੀਆਂ ਉੱਥੇ ਸਿਫਾਰਸ਼ਾਂ ਸਾਹਮਣੇ ਆਈਆਂ ਉਹ ਤੁਹਾਨੂੰ ਮੈਂ ਸੁਣਾ ਦਾਂ ਕਿ ਹੋਣਾ ਕੀ ਚਾਹੀਦਾ ਸੀ। ਇਹਨਾਂ ਕਾਨੂੰਨਾਂ ਦੇ ਬਾਰੇ ਜਿਹੜੇ ਸਾਰੇ ਵਿਸ਼ਲੇਸ਼ਣ ਹੋਇਆ, ਸਾਰੀ ਬਹਿਸ ਹੋਈ, ਸਾਰੀ ਗੱਲਬਾਤ ਇਹਨਾਂ ਸਿੱਟਾ ਹੀ ਕੱਢਿਆ। ਉਹਨਾਂ ਵੈਬੀਨਾਰ ਚੋਂ ਹੇਠ ਦੀਆਂ ਮਹੱਤਵਪੂਰਨ ਸਿਫਾਰਸ਼ਾਂ ਸਾਹਮਣੇ ਆਈਆਂ ਕਿ ਹੁਣ ਕੇਂਦਰ ਸਰਕਾਰ ਨੂੰ ਕੀ ਕਰਨਾ ਚਾਹੀਦਾ ਸੀ ਤੇ ਕੀ ਕਰਨਾ ਚਾਹੀਦਾ ਹੈ। ਉਹ ਇਹ ਆ ਖੇਤੀਬਾੜੀ ਦੇ ਸੰਬੰਧ ਵਿੱਚ ਸੂਬਿਆਂ ਦੇ ਵਿਚਾਰ ਲਾਗੂ ਹੋਣੇ ਚਾਹੀਦੇ ਹਨ, ਕਿਉਂਕਿ ਖੇਤੀਬਾੜੀ ਸੂਬੇ ਦਾ ਵਿਸ਼ਾ ਹੈ। ਕੇਂਦਰ ਸਰਕਾਰ ਅਤੇ ਕੁਝ ਸੂਬਿਆਂ ਦੇ ਵਿਚਾਰਾਂ 'ਚ ਸਪਸ਼ਟ ਤੌਰ 'ਤੇ ਵੱਡਾ ਅੰਤਰ ਹੈ, ਜਿਸ ਨੂੰ ਦੇਸ਼ ਦੇ ਵਧੇਰੇ ਹਿੱਤ ਵਿੱਚ ਟਾਲਣ ਦੀ ਲੋੜ ਹੈ। ਮਤਲਬ ਕਹਿੰਦਾ ਜੇ ਆਪਾਂ ਪੰਜਾਬੀ 'ਚ ਗੱਲ ਕਰ ਲਈਏ, ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਜਿਹੜੇ ਖੇਤੀਬਾੜੀ ਸੰਬੰਧ ਵਿੱਚ ਸੂਬਿਆਂ ਦੇ ਵਿਚਾਰ ਲਾਗੂ, ਜੋ ਸੂਬਾ ਕਵੇ, ਜਿਹੜੇ ਵੀ ਸੂਬੇ ਸਰਕਾਰ ਹੋਵੇ, ਜੋ ਵਿਚਾਰ ਦਿੰਦੀ ਆ ਕਿ ਮੇਰੇ ਸੂਬੇ 'ਚ ਫਸਲਾਂ ਦੇ ਅਨੁਸਾਰ ਕਿਸਾਨਾਂ ਮਜ਼ਦੂਰਾਂ ਦੇ ਆਹ ਹਿੱਤ ਆ, ਉਹਨਾਂ ਨੂੰ ਸਾਹਮਣੇ ਰੱਖ ਕੇ ਕੇਂਦਰ ਸਰਕਾਰ ਨੂੰ ਜਿਹੜੀ ਆ ਰਾਜਾਂ ਦੀ ਸਰਕਾਰ ਦੀ ਗੱਲ ਉਹ ਮੰਨਣੀ ਚਾਹੀਦੀ ਆ ਵੀ ਸਾਡੇ ਫਸਲਾਂ ਦੀਆਂ ਵਿਭਿੰਨਤਾ ਵਾ, ਕਿਸੇ ਖੇਤਰ 'ਚ ਕੋਈ ਫਸਲ ਜ਼ਿਆਦਾ ਹੁੰਦੀ ਹੈ, ਕੋਈ ਇਹ ਸਾਰਾ ਕਾਨੂੰਨ ਸਾਰੀਆਂ ਫਸਲਾਂ 'ਤੇ ਲਾਗੂ ਨਹੀਂ ਹੋ ਸਕਦਾ ਇਕਸਾਰ। ਉਹਨਾਂ ਨੇ ਇਹ ਗੱਲ ਕਹੀ ਆ ਕਿ ਰਾਜਾਂ ਦੀਆਂ ਸਰਕਾਰਾਂ ਜਿਹੜੀਆਂ ਉਹਨਾਂ ਦੀ ਸਲਾਹ ਲੈਣੀ ਜ਼ਰੂਰੀ ਆ। ਦੂਜਾ ਲੱਗਾ ਦੇਸ਼ ਵਿੱਚ ਵੰਨ ਸੁਵੰਨਤਾ ਖੇਤੀ ਵਾਤਾਵਰਨ ਹੈ, ਮਤਲਬ ਵੱਖੋ ਵੱਖਰਾ ਵਾਤਾਵਰਨ ਹੈ, ਕਿਤੇ ਮੀਂਹ ਪੈਂਦਾ ਵਾ, ਕਿਤੇ ਧੁੱਪ ਆ, ਕਿਤੇ ਛਾਂ ਵਾ, ਕਿਤੇ ਠੰਡ ਆ, ਕਿਤੇ ਇੱਦਾਂ ਕਰਕੇ ਆ। ਇਹ ਸੂਬੇ ਆਪਣੀਆਂ ਸਮਰੱਥਾਵਾਂ ਅਤੇ ਕਮਜ਼ੋਰੀਆਂ ਨੂੰ ਵੇਖਦੇ ਹੋਏ ਨੀਤੀਆਂ ਘੜਨ ਅਤੇ ਲਾਗੂ ਕਰਨ ਲਈ ਬਿਹਤਰ ਸਥਿਤੀ ਵਿੱਚ ਹਨ। ਤੁਹਾਡੇ ਉਹਨਾਂ ਕਿਹਾ ਕੇਂਦਰ ਦੇ ਨਾਲੋਂ ਹਰੇਕ ਸੂਬੇ ਨੂੰ ਅਧਿਕਾਰ ਦੇ ਦਿਓ ਕਿ ਆਪਣੇ ਸੂਬੇ 'ਚ ਹੋਣ ਵਾਲੀ ਫਸਲ 'ਤੇ ਉਹ MSP ਲਾਗੂ ਵੀ ਕਰ ਸਕੇ, ਉਹ ਵਿਕੇਂਦਰੀਕਰਨ ਦੀ ਕਰ ਸਕੇ, ਅਤੇ ਮੰਡੀਕਰਨ ਜਿਹੜੀ ਆ ਉਹਨੂੰ ਵੀ ਲਾਗੂ ਕਰ ਸਕੇ। ਦੂਜਾ ਨਾ ਕਿਹਾ ਇਹ ਦਲੀਲ ਜਿਹੜੀ ਆ ਨਵੇਂ ਕਾਨੂੰਨਾਂ ਤਹਿਤ MSP ਅਤੇ ਜਨਤਕ ਖਰੀਦ ਖਤਮ ਹੋਣ ਦੇ ਸ਼ੰਕਿਆ ਨੇ ਇਹਨਾਂ ਨੂੰ ਜਾਰੀ ਰੱਖਣ ਲਈ ਵਾਰ-ਵਾਰ ਜ਼ਬਾਨੀ ਤੇ ਲਿਖਤੀ ਭਰੋਸਾ ਜਾ ਰਿਹਾ ਹੈ। ਇਸ ਲਈ ਇਸ ਨੂੰ ਕਾਨੂੰਨੀ ਤੌਰ 'ਤੇ ਅਪਣਾਉਣ ਲਈ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ। ਉਹਨਾਂ ਕਹੇ ਜਿਹੜੀਆਂ ਤੁਸੀਂ ਗੱਲਾਂ ਕਰਦੇ ਜੇ, ਵਰਬਲੀ ਗੱਲਾਂ ਕਰਦੇ ਜੇ, MSP ਨਹੀਂ ਹਟੂਗੀ, ਮੰਡੀਕਰਨ ਨਹੀਂ ਟੁੱਟੂਗਾ, ਇਹਦਾ ਕਾਨੂੰਨਾਂ ਦੇ ਵਿੱਚ ਪਾ ਦੇਣਾ ਚਾਹੀਦਾ ਵਾ। ਇਹ ਜਿਹੜੀ ਆ ਦਲੀਲ ਦਿੱਤੀ ਜਾ ਰਹੀ ਆ ਕਿ ਦੇਸ਼ ਦੇ ਅੰਨ ਭੰਡਾਰ 'ਚ ਹਿੱਸਾ ਪਾਉਣ ਵਾਲੇ ਬਹੁਤ ਗਿਣਤੀ ਕਿਸਾਨਾਂ ਨੂੰ MSP ਨਾਲ ਲਾਭ ਪਹੁੰਚਾਇਆ। MSP ਜਨਤਕ ਖਰੀਦ ਦੇ ਰੂਪ ਵਿੱਚ ਕਿਸਾਨਾਂ ਨੂੰ ਦਿੱਤੀ ਜਾ ਰਹੀ ਸਹਾਇਤਾ ਦੂਸਰੇ ਸੈਕਟਰਾਂ ਖਾਸ ਕਰਕੇ ਵੱਡੇ ਕਾਰਪੋਰੇਟ ਦਿੱਤੀ ਜਾ ਰਹੀ ਹੈ। ਪ੍ਰੋਤਸਾਹਨ ਦੀ ਤੁਲਨਾ ਵਿੱਚ ਸਿਰਫ ਇੱਕ ਮੂੰਗਫਲੀ ਦੇ ਦਾਣੇ ਦੇ ਬਰਾਬਰ ਆ। ਉਹਨਾਂ ਕਹਿਣ ਤੋਂ ਪਾਉਣਾ ਕਿ ਵੀ ਜਿਹੜੇ ਤੁਸੀਂ ਕਾਨੂੰਨ ਲਿਆਂਦੇ ਆ, ਇਹਨਾਂ ਕਾਨੂੰਨਾਂ ਦਾ ਮੋਰਲ ਇਹ ਆ, ਇਹਦੇ ਨਾਲ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਆ ਉਹ ਲਾਭ ਮਿਲੂਗਾ। ਮੰਡੀ ਫੀਸ ਖਤਮ ਹੋਣ ਨਾਲ ਸੂਬੇ ਨੂੰ ਹੋਣ ਵਾਲੇ ਮਾਲੀਆ ਨੁਕਸਾਨ ਹੋਣ ਦੇ ਨਾਲ ਜਿਹੜਾ ਖੇਤੀਬਾੜੀ ਦੇ ਪੇਂਡੂ ਖੇਤਰਾਂ 'ਚ ਬੁਨਿਆਦੀ ਢਾਂਚੇ ਖਤਮ ਹੋ ਜਾਣਗੇ, ਸੜਕਾਂ ਖਤਮ ਹੋ ਜਾਣਗੀਆਂ, ਕਿਸੇ ਨੂੰ ਵੀ ਕਿਸਾਨ ਨੂੰ, ਮਜ਼ਦੂਰ ਨੂੰ ਉਹ ਮੁਆਵਜ਼ਾ ਨਹੀਂ ਮਿਲੂਗਾ। ਕਾਨੂੰਨਾਂ ਵਿੱਚ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਲੋੜੀਂਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਸਰਕਾਰ ਨੂੰ ਅਫਸਰਸ਼ਾਹੀ ਦੇ ਛੱਡਣ ਦੀ ਬਜਾਏ ਝਗੜੇ ਨਿਪਟਾਰੇ ਵਾਸਤੇ ਨਿਆਇਕ ਅਦਾਲਤਾਂ ਜਾਣ ਦਾ ਜਿਹੜਾ ਕਿਸਾਨਾਂ ਨੂੰ ਉਹ ਹੱਕ ਹੋਣਾ ਚਾਹੀਦਾ ਵਾ। ਇਹ ਦਾਅਵਾ
ਕਿ ਕਾਨੂੰਨ ਫਸਲੀ ਬਿੰਤਾਂ ਨੂੰ ਉਤਸ਼ਾਹਿਤ ਕਰਨਗੇ, ਇਹ ਬਿਲਕੁਲ ਗਲਤ ਹੈ। ਅਸੀਂ ਇੰਨੀ ਗੱਲ ਕੀਤੀ ਆ। ਬਾਕੀ ਜਿਹੜੀ ਗੱਲ ਆ ਉਹ ਬੜੀ ਲੰਮੀ ਚੌੜੀ ਵਿੱਚ ਲਿਖੀ ਹੋਈ ਆ। ਮੈਂ ਜੇ ਮੇਨ ਜਿਹੜੇ ਆ, ਫਿਰ ਇਹ ਵੀਡੀਓ ਲੰਮੀ ਹੋ ਗਈ ਆ, ਮੈਂ ਮੇਨ ਗੱਲਾਂ ਜਿਹੜੀਆਂ ਦੱਸੀਆਂ ਵਾ, ਇਹਦੇ ਵਿੱਚ ਆਪ ਦੀ ਅੰਦਾਜ਼ਾ ਲਾਓ, ਅਖਬਾਰ ਪੜ੍ਹ ਲਓ, ਵੀਡੀਓ ਤੋਂ ਮੈਂ ਥੋੜਾ ਬਹੁਤਾ ਜਿਹੜਾ ਤੁਹਾਨੂੰ ਦੱਸਣਾ ਇਹ ਆਪਣੇ ਦਿਮਾਗਾਂ ਦੇ ਵਿੱਚ ਪਾ ਲਓ। ਲੰਬੀ ਲੜਾਈ ਆ, ਹਰੇਕ ਜਿੱਥੇ ਵੀ ਕਿਸੇ ਦਾ ਜੀ ਕਰਦਾ ਵਾ, ਖਾਸ ਕਰਕੇ ਆਪਣੇ ਮੇਰੇ ਮਾਝੇ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਹੜੇ ਆ ਉਹ ਕਮੇਟੀਆਂ ਬਣੀਆਂ ਹੋਈਆਂ ਵਾ, ਇਹਨਾਂ ਨਾਲ ਆਪਾਂ ਜੁੜੀਏ। ਲੰਬੇ ਸੰਘਰਸ਼ ਆ, ਲੰਬਿਆਂ ਸੰਘਰਸ਼ਾਂ ਦਾ ਪਰਿਵਾਰਾਂ ਸਮੇਤ ਸਾਥ ਦਈਏ, ਕਿਉਂ ਇਹ ਜਿਹੜੇ ਗਿਆ ਕਾਨੂੰਨ ਏਡੀ ਛੇਤੀ ਸਰਕਾਰ ਨਹੀਂ ਬਦਲੇਗੀ। ਸਾਨੂੰ ਪਤਾ ਵਾ ਲੰਮੇ ਸੰਘਰਸ਼ ਕਰਨੇ ਪੈਣੇ ਆ। ਇਹ ਸੰਘਰਸ਼ 2022 ਹੋ ਸਕਦਾ ਵਾ 2024 ਤੱਕ ਵੀ ਚੱਲਣ। ਇਹ ਸਾਨੂੰ ਦਿਮਾਗ 'ਚ ਰੱਖਣੀ ਚਾਹੀਦੀ ਆ, ਪ੍ਰਪੇਅਰ ਹੋਣਾ ਚਾਹੀਦਾ ਵਾ। ਲੋਕਾਂ ਨਾਲ ਅਵੇਅਰ ਕਰੀਏ, ਜਥੇਬੰਦੀਆਂ ਨਾਲ ਜੁੜੀਏ ਤੇ ਆਪਣਾ ਆਪ ਭਲਾ ਕਰੀਏ। ਜਿੱਦਾਂ ਵੀ ਕੋਈ ਤਨ ਮਨ ਧਨ ਦੇ ਨਾਲ ਸੇਵਾ ਕਰ ਸਕਦਾ, ਜਥੇਬੰਦੀਆਂ ਦੀਆਂ ਅੰਦੋਲਨਾਂ ਦਾ ਸਾਥ ਦੇਈਏ। ਹੋਈਆਂ ਭੁੱਲਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ।